ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਾਰੋ ਧਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਨ ਅਮਰਤ ਗਿਆਨ ਹੈ ਨਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਬੋਲਤ ਬੰਦੋ ਕਰ ਅਨੁਰਾਗ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਭਗਤ ਪਾਵਨ ਭਗਤ ਵਿਸ਼ਵ ਕਿਰਪਾ ਨਿਧਾਨ ਰਹਿਮਤ ਸਾਗਰ। ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਪਿਛਲੇ ਸਮੇਂ ਤੋਂ ਗੁਰ ਇਤਿਹਾਸ ਸਥਾਪਨ ਕਰ ਰਹੇ ਹਾਂ। ਆਓ ਵਿਚਾਰਾਂ ਦੀ ਸਾਂਝ ਪੰਥ ਤੋਂ ਫਾਇਦਾ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਮਤੇ ਦੁਹਰਾਈਏ। ਹਾਜ਼ਰੀਆਂ ਲਗਾਉਂਦੇ ਹੋਏ ਸਾਰੇ ਆਦਿ ਸਤਿਕਾਰ ਦੇ ਨਾਲ ਮਿਲ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੀਵਨ ਕੌਤਕ ਵਿਚਾਰ ਰਹੇ ਹਾਂ। ਸਤਿਗੁਰੂ ਜੀ ਨਗਰ ਨਗਰ ਸ਼ਹਿਰ ਸ਼ਹਿਰ ਜਾ ਕਰਕੇ ਜੋ ਭੁੱਲੇ ਭਟਕੇ ਲੋਕ ਹਨ ਉਹਨਾਂ ਨੂੰ ਮਹਾਰਾਜ ਸਿੱਧੇ ਰਸਤੇ ਪਾ ਰਹੇ। ਇਸ ਪ੍ਰਕਾਰ ਮਹਾਰਾਜ ਨਗਰਾਂ ਦੇ ਅੰਦਰ ਵਿਚਰ ਰਹੇ ਨੇ। ਉਹਨਾਂ ਨਗਰਾਂ ਦੇ ਅੰਦਰ ਜੋ ਵੀ ਪਖੰਡਵਾਦ ਹੈ ਉਸ ਤਾਈਂ ਮਹਾਰਾਜ ਨਾਸ਼ ਕਰਦੇ ਨੇ, ਪਰਮਾਰਥ ਦਾ ਰਸਤਾ ਦੱਸ ਰਹੇ ਨੇ। ਜਿਨ੍ਹਾਂ ਨਗਰਾਂ ਦੇ ਅੰਦਰ ਬਰਸਾਤਾਂ ਨਹੀਂ ਹੁੰਦੀਆਂ, ਕਾਲ ਪੈ ਜਾਂਦਾ ਹੈ, ਭੁੱਖਮਰੀ ਆ ਜਾਂਦੀ ਹੈ, ਉਹਨਾਂ ਨਗਰਾਂ ਵਿੱਚ ਜਾ ਕਰਕੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਕਿ ਭਾਈ ਪਰਮੇਸ਼ਰ ਦਾ ਨਾਮ ਉਚਾਰੋ, ਪਰਮੇਸ਼ਰ ਨੂੰ ਸਿਮਰੋ, ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਵਾਹਿਗੁਰੂ ਅੱਗੇ ਅਰਦਾਸਾਂ ਕਰੋ ਜੋ ਸਾਰੀ ਸ੍ਰਿਸ਼ਟੀ ਨੂੰ ਰਚਨਹਾਰ ਹੈ। ਜਿਸ ਦੇ ਘਰ ਦੇ ਅੰਦਰ ਇਹ ਹਵਾ ਚੱਲਦੀ ਹੈ, ਇਹ ਸਮੁੰਦਰ ਵਹਿੰਦੇ ਨੇ, ਉਸ ਵਾਹਿਗੁਰੂ ਨੂੰ ਸਿਮਰਨ ਕਰੋ। ਇਸ ਪ੍ਰਕਾਰ ਮਹਾਰਾਜ ਸਮੁੰਦਰ ਦੇ ਕਿਨਾਰੇ ਚੱਲਦੇ ਚੱਲਦੇ ਹੋਏ ਸਤਿਗੁਰੂ ਜੀ ਹਾਰੂ ਨਾਮ ਦੇ ਟਾਪੂ ਦੇ ਉੱਪਰ ਗਏ। ਜਿਸ ਟਾਪੂ ਦੇ ਉੱਪਰ ਜਿਹੜੇ ਵਸਣ ਵਾਲੇ ਲੋਕ ਨੇ ਉਹ ਇਸ ਪ੍ਰਕਾਰ ਇੱਕ ਸਰੇਵੜੇ ਇੱਕ ਜੈਨੀ ਮਾਤਾ ਦੇ ਸਾਧੂ ਦੀ ਪੂਜਾ ਕਰਦੇ ਨੇ ਤੇ ਜਿਸ ਸਾਧੂ ਨੇ ਉਹਨਾਂ ਤਾਈਂ ਇੱਕੋ ਹੀ ਉਪਦੇਸ਼ ਦਿੱਤਾ ਹੈ ਕਿ ਜਿਵੇਂ ਰੁੱਖ ਦੇ ਫਲਾਂ ਦੇ ਵਿੱਚੋਂ ਬੀਜ ਨਿਕਲਦੇ ਨੇ ਤੇ ਬੀਜਾਂ ਤੋਂ ਦੁਬਾਰੇ ਫੇਰ ਰੁੱਖ ਪੈਦਾ ਹੁੰਦੇ ਨੇ, ਇਹ ਤਾਂ ਕੋਈ ਰੱਬ ਨਹੀਂ, ਖੁਦਾ ਨਹੀਂ, ਬਸ ਬੰਦੇ ਤੋਂ ਅੱਗੇ ਬੰਦਾ ਪੈਦਾ ਹੋ ਰਿਹਾ ਹੈ। ਇਹੀ ਸੰਸਾਰ ਹੈ ਤੇ ਮੈਂ ਹੀ ਤੁਹਾਡਾ ਰੱਬ ਹਾਂ, ਮੈਂ ਹੀ ਤੁਹਾਡਾ ਖੁਦਾ ਹਾਂ। ਉਹ ਆਪਣੇ ਉਪਦੇਸ਼ ਦੇ ਅਨੁਸਾਰ
ਇੱਥੇ ਇਸ ਪ੍ਰਕਾਰ ਇਹਨਾਂ ਲੋਕਾਂ ਤਾਈਂ ਉਪਦੇਸ਼ ਦਿੰਦਾ ਹੈ, ਆਪਣੀ ਮਨਾਹਟ ਕਰਵਾਉਂਦਾ ਹੈ। ਤੇ ਜਦੋਂ ਵੀ ਕਿਸੇ ਨਗਰ ਦੇ ਲੋਕਾਂ ਨੂੰ ਬਰਸਾਤ ਦੀ ਲੋੜ ਹੁੰਦੀ ਹੈ, ਜਾਂ ਪੁੱਤਰਾਂ ਦੀ ਲੋੜ ਹੁੰਦੀ ਹੈ, ਜਾਂ ਹੋਰਨਾਂ ਪਦਾਰਥਾਂ ਦੀ ਲੋੜ ਹੁੰਦੀ ਹੈ, ਇਹ ਜੋ ਸੰਨਿਆਸੀ, ਇਹ ਜੋ ਜੈਨੀ ਸਾਧੂ ਹੈ, ਯੰਤਰਾਂ ਮੰਤਰਾਂ ਤੰਤਰਾਂ ਦਾ ਧਾਰਨੀ ਹੈ, ਤੇ ਰਿੱਧੀਆਂ ਸਿੱਧੀਆਂ ਦੇ ਨਾਲ ਮੀਂਹ ਵੀ ਪਵਾ ਦਿੰਦਾ ਹੈ। ਇਸ ਪ੍ਰਕਾਰ ਹੋਰ ਵੀ ਜਿਹੜੇ ਧਨ ਪਦਾਰਥ ਹਨ ਉਹ ਵੀ ਇਹ ਦੇ ਦਿੰਦਾ। ਇਸ ਲਈ ਇਹਦੀ ਬਹੁਤੀ ਪੂਜਾ ਹੁੰਦੀ ਹੈ। ਔਰ ਜਦੋਂ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨਗਰ ਦੇ ਵਿੱਚ ਜਾ ਕੇ ਬੈਠੇ ਨੇ, ਉਦੋਂ ਤੋਂ ਬਿਲਕੁਲ ਬਰਸਾਤ ਨਹੀਂ ਹੋਈ। ਨਗਰ ਦੇ ਜਿਹੜੇ ਕਿਸਾਨ ਹਨ ਇਕੱਠੇ ਹੋ ਕਰਕੇ ਇਸ ਸਰੇਵੜੇ ਕੋਲ ਗਏ ਨੇ, ਕਹਿਣ ਲੱਗੇ ਨੇ ਕਿ ਇਹ ਸੰਤ ਜੀ ਨੂੰ ਬਰਸਾਤ ਦੀ ਬੜੀ ਲੋੜ ਹੈ, ਜਿਹੜੀ ਇਸ ਪ੍ਰਕਾਰ ਫਸਲ ਹੈ ਉਹ ਸੁੱਕ ਰਹੀ। ਇਹਨੇ ਆਪਣੇ ਬੜੇ ਯੰਤਰ ਮੰਤਰ ਤੰਤਰ ਅਪਣਾਏ, ਬੜਾ ਲੰਬਾ ਸਮਾਂ ਪੜਦਾ ਰਿਹਾ, ਪਰ ਬਰਸਾਤ ਨਾ ਹੋਈ। ਦੁਖੀ ਹੋਏ ਸਿੱਖ ਜਦੋਂ ਆਪਣੇ ਖੇਤਾਂ ਦੇ ਵੱਲ ਆਏ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਦੁੱਖ ਦਾ ਕਾਰਨ ਪੁੱਛਿਆ ਹੈ। ਕਹਿਣ ਲੱਗੇ, ਮਹਾਰਾਜ ਇਹ ਜੋ ਫਸਲਾਂ ਹਨ ਸਾਡੀਆਂ ਇਹ ਸੁੱਕ ਰਹੀਆਂ ਨੇ, ਬਰਸਾਤ ਹੋਈ ਨਹੀਂ। ਤੇ ਮਹਾਰਾਜ ਕਹਿੰਦੇ, ਭਾਈ ਪਰ ਪਰਮੇਸ਼ਰ ਦਾ ਨਾਮ ਸਿਮਰੋ, ਮੀਂਹ ਪਾਇਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਇਹ ਸਾਰਾ ਉਸ ਪਰਮੇਸ਼ਰ ਦੇ ਹੁਕਮ ਦੇ ਹੱਥ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਕਿ ਕੜਾ ਪ੍ਰਸ਼ਾਦੀ ਦੇਗ ਤਿਆਰ ਕਰੋ, ਪੂਰਨ ਵਿਧੀ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਰ ਸਾਰਾ ਨਗਰ ਇਕੱਠਾ ਹੋ ਕਰਕੇ ਅਰਦਾਸ ਕਰੋ। ਅਰਦਾਸ ਦੇ ਵਿੱਚ ਬਰਸਾਤ ਦਾ ਜ਼ਿਕਰ ਕਰੋ ਤੇ ਮੀਂਹ ਜ਼ਰੂਰ ਪਵੇ। ਇੱਦਾਂ ਹੀ ਸਾਰੇ ਨਗਰ ਨੇ ਅਰਦਾਸ ਬੇਨਤੀ ਕੀਤੀ ਤੇ ਭਾਈ ਬਾਲਾ ਜੀ ਕਹਿੰਦੇ, ਅਰਦਾਸ ਦੀ ਸਮਾਪਤੀ ਹੋਈ ਤੇ ਕਾਲੀਆਂ ਘਟਾਵਾਂ ਨਗਰ ਦੇ ਇਰਦ ਗਿਰਦ ਚਾਰੇ ਪਾਸਿਓਂ ਚੜ੍ਹ ਆਈਆਂ। ਭਾਰੀ ਬਰਸਾਤ ਹੋਈ, ਬੜੇ ਪ੍ਰਸੰਨ ਹੋਏ। ਗੁਰੂ ਪਾਤਸ਼ਾਹ ਦੇ ਕੋਲ ਸਾਰਾ ਜੋ ਇਹਨਾਂ ਦੀ ਪਰਜਾ ਦਾ ਇਕੱਠ ਸੀ ਔਰ ਹਾਜ਼ਰਾ ਸੀ, ਬੜੀਆਂ ਘਟਾਵਾਂ ਲੈ ਕਰਕੇ ਸਤਿਗੁਰਾਂ ਦੇ ਚਰਨਾਂ ਪਾਸ ਬਰਾਜੇ ਨੇ। ਤੇ ਜਦੋਂ ਇਹ ਖਬਰ ਉਸ ਰੇਵੜੇ ਜੈਨੀ ਸਾਧੂ ਨੂੰ ਪਤਾ ਲੱਗੀ ਹੈ, ਤੇ ਉਹ ਆਪਣੇ ਅੰਦਰ ਬੜੀ ਸ਼ਰਮ ਮਹਿਸੂਸ ਕਰਦਾ ਹੈ ਕਿ ਮੇਰੇ ਤੋਂ ਬਰਸਾਤ ਹੋਈ ਨਹੀਂ, ਇਹ ਕੌਣ ਆਇਆ ਹੈ ਨਗਰ ਵਿੱਚ ਜਿਸ ਨੇ ਇਹ ਬਰਸਾਤ ਪਵਾ ਦਿੱਤੀ। ਇਸ ਪ੍ਰਕਾਰ ਇਹ ਸਾਰਾ ਹੀ ਨਗਰ ਸਤਿਗੁਰਾਂ ਦੇ ਚਰਨਾਂ ਪਾਸ ਬਰਾਜਿਆ ਹੋਇਆ ਹੈ ਤੇ ਸਤਿਗੁਰਾਂ ਅੱਗੇ ਬੇਨਤੀਆਂ ਕਰ ਰਿਹਾ ਹੈ। ਕਰਹੁ ਸਿੱਖ ਸੇਵਨਾ ਹਮ ਸਭ ਹੀ ਕਲਾ ਵਿਸਾਲ ਲੋਕ ਤੁਮਾਰੀ। ਮਹਾਰਾਜ ਸਾਡੇ ਉੱਪਰ ਕਿਰਪਾ ਕਰੋ, ਸਾਨੂੰ ਆਪਣੇ ਸਿੱਖ ਬਣਾ ਲਵੋ। ਇਸ ਪ੍ਰਕਾਰ ਅਸੀਂ ਆਪ ਜੀਆਂ ਦੀ ਭਾਰੀ ਮਹਿਮਾ ਵੇਖੀ ਹੈ। ਸ਼ਰਨ ਗਹੀ ਆਪ ਕਰਹੁ ਸੰਭਾਲੀ, ਹੁਣ ਅਸੀਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਸਾਡੀ ਸੰਭਾਲ ਕਰੋ, ਸਾਡੀ ਰੱਖਿਆ ਕਰੋ, ਸਾਡੀ ਇੱਜ਼ਤ ਰੱਖੋ। ਇਸ ਪ੍ਰਕਾਰ ਇਹ ਨਗਰ ਦਾ ਰਾਜਾ ਔਰ ਸਾਰੇ ਹੀ ਲੋਕ ਸਤਿਗੁਰਾਂ ਨੂੰ ਬੇਨਤੀਆਂ ਕਰ ਰਹੇ ਨੇ। ਇਹ ਤੋਂ ਤੱਕ ਜੋ ਪਿਛਲੀਆਂ ਕਥਾ ਵਿਚਾਰਾਂ ਆਈਆਂ ਸਨ, ਇਸ ਪ੍ਰਕਾਰ ਅੱਗੇ ਜੋ ਇਤਿਹਾਸ ਆਉਂਦਾ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਜਿੱਥੇ ਦਰਬਾਰ ਅੰਦਰ ਨਾਮ ਮੌਜੂਦ ਨੇ, ਉੱਥੇ ਸੰਗਤ ਜੀ ਆਪਣੇ ਮਨਾਂ ਦੀ ਹਾਜ਼ਰੀ ਵੀ ਲਵਾਈਏ। ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਭਾਵਨਾ ਦੇ ਨਾਲ ਅਗਲਾ ਗੁਰ ਇਤਿਹਾਸ ਅਸੀਂ ਸ਼੍ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਭਗਤੀ ਪਾਪਲ ਦੀਨ ਗੁਰ। ਇਸ ਪ੍ਰਕਾਰ ਜਦੋਂ ਸਾਰਾ ਹੀ ਨਗਰ ਔਰ ਨਗਰ ਦਾ ਰਾਜਾ ਬੇਨਤੀਆਂ ਕਰਦਾ ਹੈ, ਗੁਰੂ ਨਾਨਕ ਦੇਵ ਜੀ ਟੁੱਟੇ ਨੇ। ਮਹਾਰਾਜ ਜੀਆਂ ਨੇ ਖੁਸ਼ ਹੋ ਕਰਕੇ ਚਰਨ ਕੌਲ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀਆਂ ਨੇ ਸਾਰਿਆਂ ਦਾ ਹੀ ਨਿਹਾਲ ਕੀਤਾ। ਚਰਨ ਪਾਲ ਤੋਂ ਭਾਵ ਹੈ ਸੰਗਤ ਜੀ, ਜਿਵੇਂ ਹੁਣ ਪੰਜ ਪਿਆਰੇ ਸਾਨੂੰ ਅੰਮ੍ਰਿਤ ਦੀਆਂ ਦਾਤਾਂ ਬਖਸ਼ਦੇ ਨੇ। ਪੰਜ ਚੂੜੇ ਸਾਡੇ ਮੁਖ ਅੰਦਰ, ਨੇਤਰਾਂ ਅੰਦਰ ਔਰ ਸੀਸ ਉੱਪਰ ਪਾ ਕਰਕੇ ਸਾਨੂੰ ਗੁਰੂ ਵਾਲੇ ਬਣਾਉਂਦੇ ਨੇ। ਇਸ ਪ੍ਰਕਾਰ ਪਹਿਲਿਆਂ ਪੁਰਾਤਨ ਸਮਿਆਂ ਦੇ ਅੰਦਰ ਜਿਹੜਾ ਗੁਰੂ ਹੁੰਦਾ ਸੀ, ਉਹਦੇ
ਚਰਨ ਧੋਤੇ ਜਾਂਦੇ ਸਨ ਤੇ ਜੋ ਧੋਤੇ ਹੋਏ ਚਰਨਾਂ ਦਾ ਜਲ ਹੁੰਦਾ ਸੀ ਉਹ ਸਾਰਿਆਂ ਤਾਈਂ ਛਕਾ ਕੇ ਗੁਰੂ ਵਾਲੇ ਬਣਾਇਆ ਜਾਂਦਾ ਸੀ। ਪਰ ਗੁਰੂ ਨਾਨਕ ਦੇਵ ਜੀਆਂ ਨੇ 10ਵੇਂ ਜਾਮੇ ਵਿੱਚ ਆ ਕਰਕੇ ਇਹ ਚਰਨ ਪੌਲ ਖਤਮ ਕਰ ਦਿੱਤੀ ਤੇ ਅੰਮ੍ਰਿਤ ਦੀ ਪੌਲ ਬਖਸ਼ ਦਿੱਤੀ ਹੈ ਮਹਾਰਾਜ ਜੀਆਂ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਆਪਣੀ ਚਰਨ ਪੌਲ ਇਸ ਥੇਰੂ ਨਗਰ ਦੇ ਲੋਕਾਂ ਤਾਈਂ ਬਖਸ਼ਿਸ਼ ਕੀਤੀ ਹੈ ਔਰ ਸਾਰਿਆਂ ਤਾਈਂ ਨਿਹਾਲ ਕੀਤਾ ਹੈ ਜੀ। ਸਤਿਨਾਮ ਉਪਦੇਸ਼ ਕਰ। ਇਸ ਪ੍ਰਕਾਰ ਜਿਵੇਂ ਹੁਣ ਪੰਜ ਪਿਆਰੇ ਸਾਨੂੰ ਗੁਰ ਮੰਤਰ ਔਰ ਮੂਲ ਮੰਤਰ ਦ੍ਰਿੜ ਕਰਵਾਉਂਦੇ ਨੇ, ਉਦੋਂ ਵੀ ਸਤਿਗੁਰੂ ਜੀ ਚਰਨ ਕੌਲ ਬਖਸ਼ਿਸ਼ ਕਰਦੇ ਸਨ ਔਰ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਦਿੰਦੇ ਸੀ। ਜਿਵੇਂ ਹੁਣ ਅੰਮ੍ਰਿਤ ਛਕਣ ਦੇ ਨਾਲ ਜਨਮਾਂ ਮਰਨਾਂ ਦੇ ਗੇੜੇ ਮੁੱਕ ਜਾਂਦੇ ਨੇ, ਮੁਕਤੀ ਪ੍ਰਾਪਤ ਹੁੰਦੀ ਹੈ, ਉਹਨਾਂ ਸਮਿਆਂ ਵਿੱਚ ਵੀ ਮਹਾਰਾਜ ਚਰਨ ਕੌਲ ਔਰ ਗੁਰੂ ਦਾ ਉਪਦੇਸ਼ ਬਖਸ਼ਿਸ਼ ਕਰਕੇ ਸਤਿਗੁਰੂ ਜੀ ਕਾਟੇ ਬੰਦ ਵਿਸਾਲ ਜਿਹੜੇ ਜਨਮਾਂ ਜਨਮਾਂਤਰਾਂ ਦੇ ਬੰਧਨ ਪਾਏ ਸਨ, ਸਤਿਗੁਰਾਂ ਨੇ ਸਾਰੇ ਹੀ ਕੱਟੇ ਨੇ। ਇਸ ਪ੍ਰਕਾਰ ਜਿਹੜਾ ਉਹ ਸਰੇਵੜਾ ਜੈਨੀ ਮਤ ਦਾ ਸਾਧੂ ਸੀ, ਬੜੀ ਸ਼ਰਮ ਧਾਰਨ ਕਰਕੇ ਹਿਰਦੇ ਦੇ ਅੰਦਰ ਗੁੱਸਾ ਧਾਰਨ ਕਰਕੇ ਗੁਰੂ ਨਾਨਕ ਦੇਵ ਜੀਆਂ ਦੇ ਪਾਸ ਆਇਆ, ਕਿਉਂਕਿ ਉੱਥੇ ਸਾਰਾ ਨਗਰ ਰਾਜਾ ਸਾਰੇ ਲੋਕ ਇਕੱਠੇ ਹੋਏ ਸਨ। ਸੋਚਦਾ ਸੀ ਕਿ ਵਿਚਾਰ ਚਰਚਾ ਕਰਾਂਗਾ, ਵਿਚਾਰ ਚਰਚਾ ਕਰਕੇ ਜਿਹੜਾ ਸਾਧੂ ਆਇਆ ਨਾ ਉਸ ਨੂੰ ਹਰਾ ਦੇਵਾਂਗਾ ਤੇ ਪਹਿਲਾਂ ਵਾਂਗ ਮੇਰੀ ਇੱਜ਼ਤ ਬਰਕਰਾਰ ਰਹੇ। ਇਹ ਸੋਚ ਕਰਕੇ ਸਤਿਗੁਰਾਂ ਦੇ ਨਾਲ ਚਰਚਾ ਕਰਨ ਵਾਸਤੇ ਆਇਆ ਹੈ ਜੀ। ਜਦੋਂ ਸਤਿਗੁਰਾਂ ਦੇ ਨੇੜੇ ਹੋ ਕੇ ਬੈਠਾ ਹੈ ਤੇ ਮੁਖ ਤੋਂ ਬੋਲਣ ਲੱਗਾ ਹੈ, ਤੇ ਗੁਰੂ ਨਾਨਕ ਦੇਵ ਜੀ ਉਹਦੀ ਭਾਵਨਾ ਪਹਿਲਾਂ ਹੀ ਸਮਝ ਗਏ ਸਨ। ਜਦੋਂ ਸਤਿਗੁਰਾਂ ਤਾਈਂ ਬੋਲਣ ਲੱਗਾ ਹੈ ਤੇ ਗੁਰੂ ਨਾਨਕ ਦੇਵ ਜੀਆਂ ਨੇ ਉਸ ਨੂੰ ਵੇਖਦਿਆਂ ਹੀ ਪਹਿਲਾਂ ਹੀ ਇੱਕ ਸ਼ਲੋਕ ਉਚਾਰਨ ਕੀਤਾ ਹੈ ਜੀ। ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ, ਵੇਖੋ ਭਾਈ ਮਰਦਾਨਾ ਜੀ, ਇਹ ਸਰੇਵੜਾ ਇਹ ਜੈਨੀ ਆਇਆ ਹੈ ਤੇ ਇਹ ਕੈਸੀਆਂ ਕਰਤੂਤਾਂ ਦੇ ਮਾਲਕ ਨੇ। ਇਹ ਆਪਣੇ ਸਿਰ ਦਾ ਵਾਲ ਕੱਲਾ ਕੱਲਾ ਕਰਕੇ ਪੁੱਟ ਦਿੰਦੇ ਨੇ। ਕਿਉਂ ਪੁੱਟ ਦਿੰਦੇ ਨੇ? ਕਿਉਂਕਿ ਇਹ ਸਿਰਾਂ ਦੇ ਅੰਦਰ ਜਿਹੜੇ ਜੀਵ ਜੂਆਂ ਆਦਿਕ ਪੈ ਜਾਂਦੀਆਂ ਨੇ ਨਾ, ਕਿਤੇ ਸਾਡੇ ਸਿਰ ਦੇ ਅੰਦਰ ਉਹ ਨਾ ਪੈ ਜਾਣ। ਜੇਕਰ ਉਹ ਪੈ ਗਈਆਂ ਤੇ ਸਾਥੋਂ ਉਹ ਮਾਰੀਆਂ ਨਾ ਜਾਣ ਤੇ ਅਸੀਂ ਪਾਪਾਂ ਦੇ ਭਾਗੀ ਨਾ ਬਣ। ਇਹ ਪਾਪਾਂ ਤੋਂ ਡਰਦੇ ਹੀ ਆਪਣੇ ਸਿਰ ਦਾ ਕੱਲਾ ਕੱਲਾ ਵਾਲ ਪੁੱਟ ਦਿੰਦੇ ਨੇ। ਪੀਵ ਹੈ ਮਲਵਾਣੀ ਤੇ ਮੈਲਾਂ ਨੂੰ ਘੋਲ ਘੋਲ ਕੇ ਜਿਹੜਾ ਗੰਧਲਾ ਜਲ ਹੈ ਉਸ ਨੂੰ ਪੀਂਦੇ ਨੇ। ਤੇ ਇਸ ਪ੍ਰਕਾਰ ਆਪਣਾ ਖਾਣਾ ਤਿਆਰ ਵੀ ਨਹੀਂ ਕਰਦੇ, ਕਿਉਂਕਿ ਸੋਚਦੇ ਨੇ ਕਿ ਲੱਕੜਾ ਅੰਦਰ ਪਾਥੀਆਂ ਦੇ ਅੰਦਰ ਜੀਵ ਵੱਸਦੇ ਹੁੰਦੇ ਨੇ, ਕੀੜੇ ਹੁੰਦੇ ਨੇ, ਸੁੱਤ ਹੁੰਦੇ ਨੇ। ਜੇਕਰ ਅਸੀਂ ਆਪਣਾ ਭੋਜਨ ਆਪ ਤਿਆਰ ਕੀਤਾ ਤੇ ਕਿਤੇ ਸਾਡੇ ਹੱਥੋਂ ਕੋਈ ਜੀਵ ਨਾ ਮਰ ਜਾਵੇ। ਇਸ ਲਈ ਝੂਠਾ ਮੰਗ ਖਾਹੀ ਗ੍ਰਸਤੀਆਂ ਦੇ ਘਰਾਂ ਦੇ ਵਿੱਚ ਜਾ ਕਰਕੇ ਮੰਗਦੇ ਨੇ। ਜੋ ਵੀ ਬਚਿਆ ਖੁਚਿਆ ਝੂਠ ਹੁੰਦੀ ਹੈ ਉਸ ਨੂੰ ਖਾ ਕਰਕੇ ਆਪਣੇ ਆਪ ਨੂੰ ਬੜਾ ਪੁੰਨੀ ਸਮਝਦੇ ਨੇ। ਤੇ ਫਿਰ ਜੋ ਵੀ ਇਸ ਪ੍ਰਕਾਰ ਆਪਣੀ ਵਿਸ਼ਟਾ ਤਿਆਗਦੇ ਨੇ, ਕਿਰਿਆ ਕਰਦੇ ਨੇ, ਫਿਰ ਡੱਕੇ ਦੇ ਨਾਲ ਉਸ ਨੂੰ ਫਰੋਲਦੇ ਨੇ ਕਿ ਪੇਟ ਦੇ ਅੰਦਰ ਵੀ ਜੀਵ ਹੁੰਦੇ ਨੇ, ਕਿਤੇ ਇਸ ਪ੍ਰਕਾਰ ਉਹ ਜੀਵ ਨਾ ਮਰ ਜਾਵੇ। ਤੇ ਗੰਦਗੀ ਦੀ ਜਿਹੜੀ ਪੜਾਸ ਹੈ ਇਹ ਲੈਂਦੇ ਨੇ। ਤੇ ਇਸ ਪ੍ਰਕਾਰ ਪਾਣੀ ਨੂੰ ਵੇਖ ਕੇ ਤਾਂ ਸੰਗੀ ਜਾਂਦੇ ਨੇ ਤੇ ਨਾ ਹੀ ਇਹ ਇਸ਼ਨਾਨ ਕਰਦੇ ਨੇ ਭਾਈ ਮਰਦਾਨਾ ਜੀ, ਤੇ ਨਾ ਕੋਈ ਹੋਰ ਕਿਰਿਆ ਸੋਧਦੇ। ਇਸ ਪ੍ਰਕਾਰ ਪਾਣੀ ਨੂੰ ਵੇਖ ਕੇ ਸੰਗਦੇ ਨੇ। ਇਸ
ਪ੍ਰਕਾਰ ਭੇਡਾਂ ਦੇ ਵਾਂਗ ਆਪਣਾ ਸਿਰ ਘਸਾ ਘਸਾ ਕੇ ਆਪਣੇ ਸਾਰੇ ਰੋਗ ਝਾੜਦੇ ਨੇ। ਭਰੀਨ ਹੱਥ ਸੁਆਹੀ ਤੇ ਇਸ ਪ੍ਰਕਾਰ ਇਹਨਾਂ ਦੇ ਹੱਥਾਂ ਦੇ ਵਿੱਚ ਸਵਾਹਾਂ ਭਰੀਆਂ ਹੁੰਦੀਆਂ ਨੇ। ਬਾਹੂ ਪੀਓ ਕਿਰਤ ਗਵਾਇਨ ਤੇ ਜਿਹੜੀ ਸ਼ੁਰੂ ਤੋਂ ਪਿਓ ਦਾਦਿਆਂ ਦੀ ਕਿਰਤ ਕਮਾਈ ਕੀਤੀ ਹੁੰਦੀ ਹਨ, ਜੋ ਕੰਮਕਾਰ ਪਿਓ ਦਾਦੇ ਕਰਦੇ ਆਉਂਦੇ ਨੇ, ਇਹ ਸਾਰੇ ਹੀ ਇਸ ਪ੍ਰਕਾਰ ਸਰੇਵੜੇ ਬਣ ਕੇ ਜੈਨੀ ਬਣ ਕੇ ਗਵਾ ਦਿੰਦੇ ਨੇ। ਨੰਬਰ ਰੋਵਣ ਧਾਹੀ ਤੇ ਇਹਨਾਂ ਦੇ ਜਿਹੜੇ ਟੱਬਰ ਨੇ ਉਹ ਧਾਹਾਂ ਮਾਰ ਮਾਰ ਰੋਂਦੇ ਨੇ ਕਿ ਸਾਡਾ ਪੁੱਤ ਹੁਣ ਸਰੇਵੜਾ ਬਣਿਆ, ਜੈਨੀ ਬਣਿਆ ਹੈ, ਇਹਨੇ ਕੋਈ ਵੀ ਘਰ ਦਾ ਕੰਮ ਨਹੀਂ ਕਰਨਾ, ਕਿਸ ਗੱਲੋਂ ਕਿ ਮੇਰੇ ਹੱਥੋਂ ਕੋਈ ਪਾਪ ਨਾ ਹੋ ਜਾਵੇ। ਇਸ ਪ੍ਰਕਾਰ ਇਹੋ ਜਿਹੀਆਂ ਰੀਤੀਆਂ ਧਾਰਦੇ ਨੇ। ਉਹਨਾਂ ਪਿੰਡ ਨਾ ਬਦਲ ਗਿਰਿਆ ਤੇ ਨਾ ਹੀ ਭਾਈ ਮਰਦਾਨਾ ਜੀ ਜਦੋਂ ਇਹ ਮਰਦੇ ਨੇ, ਨਾ ਹੀ ਇਹ ਕੋਈ ਕਿਰਿਆ ਕਰਦੇ ਨੇ, ਨਾ ਹੀ ਹਿੰਦੂਆਂ ਵਾਲੀ ਕੋਈ ਕਿਰਿਆ ਕਰਦੇ ਨੇ, ਸਾੜਦੇ ਨੇ ਜੀ। ਨਾ ਦੀਵਾ ਮੋਏ ਵਿਖਾਉ ਪਾਹੀ ਤੇ ਮਹਾਰਾਜ ਕਹਿੰਦੇ ਜਿਹੜੀ ਐਸੀ ਕਿਰਿਆ ਦੇ ਮਾਲਕ ਨੇ ਕਿ ਕਿਸ ਨਰਕਾਂ ਵਿੱਚ ਜਾਂਦੇ ਹੋਣਗੇ, ਮਰ ਕੇ ਕਿੱਥੇ ਜਾਂਦੇ ਹੋਣਗੇ, ਕੁਝ ਪਤਾ ਨਹੀਂ। ਆਸਕ ਤੀਰਥ ਦੇਨ ਨ ਢੋਈ ਮਹਾਰਾਜ ਕਹਿੰਦੇ 68 ਪਵਿੱਤਰ ਤੀਰਥ ਹਨ, ਉਹ ਤੀਰਥ ਵੀ ਇਹਨਾਂ ਨੂੰ ਢੋਈ ਨਹੀਂ ਦਿੰਦੇ। ਬ੍ਰਾਹਮਣ ਅੰਨ ਨ ਖਾਹੀ ਨਾ ਤਾਂ ਇਹਨਾਂ ਨੂੰ ਜਲਦੇ ਵਗਦੇ 68 ਤੀਰਥ ਚੰਗੇ ਲੱਗਦੇ ਨੇ, ਬ੍ਰਾਹਮਣ ਅੰਨ ਨਾ ਖਾਹੀ, ਤੇ ਬ੍ਰਾਹਮਣ ਦੇ ਹੱਥੋਂ ਨਾ ਤਾਂ ਕੁਝ ਲੈ ਕੇ ਖਾਂਦੇ ਨੇ ਤੇ ਨਾ ਹੀ ਉਸ ਨੂੰ ਛਕਾਉਂਦੇ ਨੇ। ਸਦਾ ਵਚੀਲ ਰਹੇ ਦਿਨ ਰਾਤੀ ਮਹਾਰਾਜ ਕਹਿੰਦੇ ਦਿਨ ਰਾਤ ਮੈਲ ਦੇ ਭਰੇ ਮੈਲੇ ਜੇ ਬਣ ਕੇ ਰਹਿੰਦੇ ਨੇ। ਮੱਥੇ ਟਿੱਕੇ ਨਾਹੀ ਕਦੇ ਵੀ ਇਸ਼ਨਾਨ ਨਹੀਂ ਸਾਧਦੇ, ਧਾਰਮਿਕ ਚਿੰਨ੍ਹ ਨਹੀਂ ਲਾਉਂਦੇ। ਚੁੰਨੀ ਪਾਏ ਪਹਿਨ ਨਿਤ ਮੰਨੈ ਮਹਾਰਾਜ ਕਹਿੰਦੇ ਜਿਵੇਂ ਮੌਤ ਵਾਲੇ ਘਰੇ ਜਾ ਕੇ ਲੋਕ ਨੀਵੀਆਂ ਪਾ ਕੇ ਬਹਿੰਦੇ ਨੇ ਨਾ, ਅਫਸੋਸ ਕਰਦੇ ਨੇ, ਇਹ ਆਪਣਾ ਸਾਰਾ ਜੀਵਨ ਹੀ ਇਹਦਾ ਅਫਸੋਸ ਅੰਦਰ ਸਿਰ ਨੂੰ ਥੱਲੇ ਝੁਕਾ ਕਰਕੇ ਬਤੀਤ ਕਰਦੇ ਨੇ। ਦਾੜ ਦੀ ਮਾਨ ਨ ਜਾਹੀ ਤੇ ਕਦੇ ਜਾ ਕਰਕੇ ਪੂਰੇ ਗੁਰੂ ਦੀ ਸਤ ਸੰਗਤ ਨਹੀਂ ਕਰਦੇ, ਕੋਈ ਉਪਦੇਸ਼ ਨਹੀਂ ਸੁਣਦੇ। ਲੱਗੀ ਕਾਸੇ ਹੱਥੀ ਘੁੰਮਣ ਮਹਾਰਾਜ ਕਹਿੰਦੇ ਹੱਥਾਂ ਦੇ ਇਹਨਾਂ ਦੇ ਲੱਤਾਂ ਦੇ ਨਾਲ ਪਿਆਲੇ ਬੰਨੇ ਹੁੰਦੇ ਨੇ ਤੇ ਹੱਥਾਂ ਵਿੱਚ ਇਹਨਾਂ ਦੇ ਝਾੜੂ ਬੰਕਰਾਂ ਫੜੀਆਂ ਹੁੰਦੀਆਂ। ਕਾਹਦੇ ਵਾਸਤੇ? ਜਦੋਂ ਸੰਗਤ ਜੀ ਅੱਜ ਵੀ ਇਹ ਰਸਤਿਆਂ ਤੇ ਤੁਰਦੇ ਨੇ ਤੇ ਮੂਹਰੇ ਮੂਹਰੇ ਇਹ ਇਸ ਪ੍ਰਕਾਰ ਆਪਣੇ ਝਾੜੂ ਮਾਰਦੇ ਜਾਂਦੇ ਨੇ ਕਿ ਸਾਡੇ ਪੈਰ ਥੱਲੇ ਕੋਈ ਜੀਵ ਨਾ ਆ ਜਾਵੇ, ਅਸੀਂ ਪਾਪੀ ਨਾ ਬਣੀਏ। ਅੱਗੋਂ ਪਿੱਛੀ ਜਾਵੀ ਮਹਾਰਾਜ ਕਹਿੰਦੇ ਲੈਣਾ ਬਣਾ ਕੇ ਤੁਰਦੇ ਨੇ, ਜਿਵੇਂ ਇੱਕ ਭੇਡ ਦੇ ਮਗਰ ਦੂਜੀ ਭੇਡ ਆਉਂਦੀ ਹੈ, ਏਦਾਂ ਲੈਣਾ ਬਣਾ ਕੇ ਅੱਗੇ ਪਿੱਛੇ ਜਾਂਦੇ ਨੇ। ਮੂਹਰੇ ਆਪਣੇ ਗੁਰੂ ਨੂੰ ਤੋਰਦੇ ਨੇ ਤੇ ਪਿੱਛੇ ਪਿੱਛੇ ਜਾਂਦੇ ਨੇ, ਡਰਦੇ ਹੀ ਇੱਕ ਦੂਜੇ ਤੋਂ ਮਗਰ ਲੱਗੇ ਤੁਰੇ ਜਾਂਦੇ ਨੇ ਕਿ ਸਾਡੇ ਪੈਰ ਥੱਲੇ ਕੋਈ ਜੀਵ ਆ ਕੇ ਮੂਹਰੇ ਮਰ ਨਾ ਜਾਵੇ, ਇਸ ਲਈ ਮਗਰ ਲੱਗ ਪਿੱਛੇ ਪਿੱਛੇ ਮਹਾਰਾਜ ਕਹਿੰਦੇ ਨੇ ਤੁਰਦੇ ਨੇ। ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਤਾਂ ਇਹ ਜੋਗੀਆਂ ਵਿੱਚ ਆਉਂਦੇ ਨੇ ਤੇ ਨਾ ਹੀ ਇਹ ਸ਼ਿਵ ਦੇ ਉਪਾਸ਼ਕ ਟੱਲੀਆਂ ਵਜਾਉਣ ਵਾਲੇ ਜੰਗਮਾਂ ਵਿੱਚ ਆਉਂਦੇ ਨੇ। ਨਾ ਹੋਏ ਕਾਜੀ ਮੁੱਲਾ ਨਾ ਹੀ ਇਹ ਕਾਜੀ ਮੁੱਲਾ ਹਨ, ਨਾ ਹੀ ਇਹ ਮੁਸਲਮਾਨ ਹਨ। ਦਾਏ ਗੋਏ ਸ੍ਰੇਹ ਕੁੱਤੇ ਮਹਾਰਾਜ ਕਹਿੰਦੇ ਜਿਵੇਂ ਹਨੇਰੇ ਦੇ ਅੰਦਰ ਮਨੁੱਖ ਨੂੰ ਪਤਾ ਨਹੀਂ ਲੱਗਦਾ ਨਾ ਕਿ ਕਿੱਧਰ ਜਾਣਾ ਹੈ, ਗਵਾਚਿਆ ਫਿਰਦਾ ਹੈ, ਏਦਾਂ ਪਰਮੇਸ਼ਰ ਰੂਪੀ ਜਿਹੜਾ ਰੋਸ਼ਨੀ ਵਾਲਾ ਗੁਰੂ ਹੈ, ਜੀਵਨਾਂ ਅੰਦਰ ਰੋਸ਼ਨੀ ਭਰਨ ਵਾਲਾ ਗੁਰੂ ਹੈ, ਉਹ ਤੋਂ ਟੁੱਟੇ ਹੋਏ ਨੇ, ਗੁਰੂ ਤੋਂ ਟੁੱਟ ਕਰਕੇ ਇਹ ਗਵਾਚੇ ਫਿਰਦੇ ਨੇ। ਮਹਾਰਾਜ ਕਹਿੰਦੇ ਜਿਵੇਂ ਇਸ ਪ੍ਰਕਾਰ ਪਸ਼ੂ ਰੰਗਦੇ ਨੇ, ਕੁਝ ਸਮਝ ਨਹੀਂ ਆਉਂਦੀ, ਏਦਾਂ ਇਹਨਾਂ ਵੱਲੋਂ ਬੋਲੇ ਹੋਏ ਵਚਨ, ਕਿਉਂਕਿ ਮੂੰਹਾਂ ਦੇ ਉੱਪਰ ਇਹਨਾਂ ਦੇ ਪੱਟੀਆਂ ਬੰਨੀਆਂ ਹੁੰਦੀਆਂ ਨੇ, ਜਿਵੇਂ ਹੁਣ ਆਪਾਂ ਮਾਸਕ ਲਾਉਣੇ ਆ, ਇਸ ਪ੍ਰਕਾਰ ਇਹਨਾਂ ਦੇ ਮੁੱਖਾਂ ਤੇ ਪੱਟੀਆਂ ਬੰਨੀਆਂ ਹੁੰਦੀਆਂ ਨੇ, ਕੁਝ ਸਮਝ ਤੱਕ ਨਹੀਂ ਆਉਂਦਾ। ਜੀਆ ਮਾਰ ਜੀ ਵਾਲੇ ਸੋਈ ਭਾਈ ਮਰਦਾਨਾ ਜੀ
ਕਹਿਣ ਲੱਗੇ ਮਹਾਰਾਜ ਇਹ ਤਾਂ ਬੜੀ ਚੰਗੀ ਗੱਲ ਹੈ। ਵੇਖੋ ਕਿਸੇ ਜੀਵ ਦੀ ਹੱਤਿਆ ਨਹੀਂ ਕਰਦੇ, ਕਿੰਨਾ ਪਾਪ ਤੋਂ ਡਰਦੇ ਨੇ। ਦੇਖੋ ਕਿਸੇ ਨੂੰ ਮਰਨ ਨਹੀਂ ਦਿੰਦੇ, ਜਿਉਂਦੇ ਰੱਖਦੇ, ਇੰਨਾ ਖਿਆਲ ਰੱਖਦੇ ਨੇ। ਸਤਿਗੁਰੂ ਜੀ ਕਹਿੰਦੇ ਜੀਆਂ ਮਾਰ ਜਵਾਲਾ ਸੋ ਕਿ ਭਾਈ ਮਰਦਾਨਾ ਜੀ ਜਿਸ ਨੇ ਜੀਵ ਪੈਦਾ ਕੀਤੇ ਨੇ ਉਹੀ ਉਹਨਾਂ ਦੀ ਰੱਖਿਆ ਕਰਦਾ ਹੈ, ਉਹੀ ਉਹਨਾਂ ਨੂੰ ਮੌਤ ਤੋਂ ਬਚਾ ਸਕਦਾ ਹੈ ਤੇ ਮਰਿਆ ਹੋਇਆਂ ਨੂੰ ਜਿਉਂਦੇ ਕਰਦਾ ਹੈ। ਅਵਰ ਨਾ ਕੋਈ ਰੱਖੈ। ਤੇ ਜਿੰਨਾ ਵੀ ਇਹ ਸੰਸਾਰ ਹੈ ਇਹ ਕਿਸੇ ਚੀਜ਼ ਦੀ, ਇਹ ਤਾਂ ਆਪਣੇ ਆਪ ਦੀ ਰੱਖਿਆ ਨਹੀਂ ਕਰ ਸਕਦਾ। ਇਹਨੂੰ ਸਮਾਂ ਆਉਣ ਤੇ ਆਪਣੇ ਆਪ ਨੂੰ ਜਾਣਾ ਪੈਂਦਾ, ਮਰਨਾ ਪੈਂਦਾ। ਫਿਰ ਇਹ ਕਿਵੇਂ ਜੀਵਾਂ ਦੀ ਰੱਖਿਆ ਕਰ ਲਵੇ? ਮਹਾਰਾਜ ਕਹਿੰਦੇ ਇੱਕ ਪਰਮੇਸ਼ਰ ਹੈ ਜਿਸ ਨੇ ਪੈਦਾ ਕੀਤਾ ਹੈ, ਉਹੀ ਪ੍ਰਤਪਾਲਣਾ ਕਰਦਾ, ਉਹੀ ਰੱਖਿਆ ਕਰਦਾ ਹੈ, ਹੋਰ ਕਿਸੇ ਦੇ ਕੁਝ ਵੀ ਹੱਥ ਨਹੀਂ। ਨਾਨਕ ਤੈ ਇਸਨਾਨ ਹੋ ਬੰਦੇ। ਮਹਾਰਾਜ ਕਹਿੰਦੇ ਨਾ ਤਾਂ ਕਿਰਤ ਕਮਾਈ ਕਰਦੇ ਨੇ ਤੇ ਫਿਰ ਦਾਨ ਵੀ ਕਾਹਦਾ ਕਰਨਾ। ਇਸਨਾਨ ਵੰਝੇ, ਇਸ਼ਨਾਨ ਤੋਂ ਵੀ ਵਾਂਝੇ ਹਨ। ਘਾਸ ਪਈ ਸਿਰ ਪੁੱਠੈ। ਸਰਾਂ ਦੇ ਵਿੱਚ ਇਹਨਾਂ ਦੇ ਐਸੀ ਸਵਾਹ ਪੈਂਦੀ ਹੈ। ਪਾਣੀ ਵਿੱਚ ਹੋਰ ਤਰਪੰਨੇ। ਮਹਾਰਾਜ ਕਹਿੰਦੇ ਭਾਈ ਮਰਦਾਨਾ ਇਹ ਜਹਨੀ ਇਹ ਸਰੇਵੜੇ ਜਿਸ ਪਾਣੀ ਦੀ ਨਿੰਦਿਆ ਕਰਦੇ ਨੇ ਤੇ ਇਸ ਜਲ ਦੇ ਵਿੱਚੋਂ ਹੀ 14 ਰਤਨ ਨਿਕਲੇ ਨੇ। ਮੇਰ ਕੀਆ ਮਾਧਾਣੀ। ਕਦੋਂ ਨਿਕਲੇ? ਜਦੋਂ ਸਮੁੰਦਰ ਨੂੰ ਦੇਵਤਿਆਂ ਔਰ ਦੈਤਾਂ ਨੇ ਰਲ ਕੇ ਰਿੜਕਿਆ ਹੈ। ਤੀਰਥ ਦੇਵੀ ਥਾਪੇ। ਤੇ ਜਿਹੜੇ 68 ਤੀਰਥ ਹਨ, ਇਹਨਾਂ ਤੀਰਥਾਂ ਤੇ ਜੋ ਜਲ ਵਗਦਾ ਹੈ ਇਹ ਦੇਵੀ ਦੇਵਤਿਆਂ ਨੇ ਇਹ ਜਿਹੜੇ 68 ਤੀਰਥ ਥਾਪੇ ਨੇ। ਲੱਗਾ ਬਾਣੀ। ਤੇ ਆਏ ਸਾਲ ਇਹਨਾਂ ਤੀਰਥਾਂ ਤੇ ਇਕੱਠ ਹੁੰਦਾ ਹੈ, ਮੇਲਾ ਲੱਗਦਾ ਹੈ, ਭਜਨ ਬੰਦਗੀ ਵਾਲੇ ਸਾਧੂ ਆਉਂਦੇ ਨੇ। ਇਸ ਪ੍ਰਕਾਰ 68 ਤੀਰਥਾਂ ਦੀ ਪੂਜਾ ਹੁੰਦੀ ਹੈ। ਮਹਾਰਾਜ ਕਹਿੰਦੇ ਨਾ ਤਾਂ ਇਹ ਨਹਾ ਕੇ ਨਵਾਜ਼ ਪੜ੍ਹਦੇ ਨੇ ਤੇ ਨਾ ਹੀ ਇਸ ਪ੍ਰਕਾਰ ਨਹਾ ਕਰਕੇ ਪੂਜਾ ਕਰਦੇ ਨੇ। ਨਾਵਨ ਸਦਾ ਸੁਜਾਣੀ। ਤੇ ਨਾ ਹੀ ਸਾਡੇ ਸ੍ਰੇਸ਼ਟ ਸਿੱਖਾਂ ਵਾਂਗ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਨੇ। ਮੋਇਆ ਜੀਵ ਦਿਆ ਗਤ ਹੋਵੇ। ਮਹਾਰਾਜ ਕਹਿੰਦੇ ਇਸ਼ਨਾਨ ਕਰਨਾ ਤਾਂ ਇਸ ਵਡਿਆਈ ਦੇ ਬਾਬਤ ਹੈ। ਮਹਾਰਾਜ ਕਹਿੰਦੇ ਜਿੱਥੇ ਜਿਉਂਦਾ ਬੰਦਾ ਸਾਰੀ ਉਮਰ ਇਸ਼ਨਾਨ ਕਰਦਾ ਹੈ, ਬੱਚੇ ਦਾ ਜਨਮ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਇਸ਼ਨਾਨ ਕਰਵਾਉਂਦੇ ਨੇ ਤੇ ਅੰਤਲਾ ਸਮਾਂ ਆਉਂਦਾ ਹੈ ਫੂਕਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਸ਼ਨਾਨ ਕਰਾਉਂਦੇ ਨੇ। ਮਹਾਰਾਜ ਕਹਿੰਦੇ ਇਸ਼ਨਾਨ ਦੇ ਨਾਲ ਜੀਵਦਿਆਂ ਦੀ ਔਰ ਮੋਇਆਂ ਦੀ ਵੀ ਮੁਕਤੀ ਹੁੰਦੀ ਹੈ। ਜਾਂ ਸਿਰ ਪਾਈਏ ਪਾਣੀ। ਤੇ ਇਸ ਪ੍ਰਕਾਰ ਜਾਂ ਸਿਰ ਪਾਈਆ ਪਾਣੀ ਇਸ ਲਈ ਜਿਹੜੇ ਸ੍ਰੇਸ਼ਟ ਲੋਕ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਕੇਸੀ ਇਸ਼ਨਾਨ ਸਾਧਦੇ ਨੇ। ਨਾਨਕ ਸਿਰ ਪੁੱਠੇ ਸੈਤਾਨੀ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਿਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਹੀ ਨਹੀਂ ਉਹ ਬੰਦੇ ਥੋੜੀ ਉਹ ਸ਼ੈਤਾਨ ਹਨ। ਨਾ ਪਾਣੀ। ਮਹਾਰਾਜ ਕਹਿੰਦੇ ਭਾਈ ਮਰਦਾਨਾ ਇਹਨਾਂ ਸਰੇਵੜਿਆਂ ਨੂੰ ਜੈਨੀਆਂ ਨੂੰ ਇਸ ਪ੍ਰਕਾਰ ਇਹ ਜਿਹੜੀ ਪਾਣੀ ਦੀ ਗੱਲ ਹੈ ਨਾ ਜਲ ਦੀ ਗੱਲ ਭਾਉਂਦੀ ਨਹੀਂ। ਮਹਾਰਾਜ ਕਹਿੰਦੇ ਜਦੋਂ ਬਰਸਾਤ ਹੁੰਦੀ ਹੈ ਦੇਖੋ ਕਿੰਨੇ ਜੀਵ ਖੁਸ਼ੀ ਮਨਾਉਂਦੇ ਨੇ। ਮੀਂਹੋਂ ਪਾਇਆ ਪਰਮੇਸ਼ਰ ਪਾਇਆ ਜੀਵ ਜੰਤ ਸਭ ਸੁਖੀ ਵਸਾਇਆ। ਸਾਰੇ ਹੀ ਜੀਵ ਜੰਤੂ ਸੁੱਖ ਪਾਉਂਦੇ ਨੇ, ਮੋਰ ਆਦਿਕ ਪਹਿਲਾਂ ਪਾਉਂਦੇ ਨੇ। ਮਹਾਰਾਜ ਕਹਿੰਦੇ ਬਰਸਾਤ ਹੁੰਦੀ ਹੈ ਤੇ ਜੀਵ ਜੰਤ ਸਭ ਸੁਖੀ ਹੁੰਦੇ ਨੇ। ਜਿਸ ਜਲ ਤੋਂ ਇਹਨਾਂ ਨੂੰ ਨਫ਼ਰਤ ਹੈ ਉਸ ਜਲ ਦੇ ਨਾਲ ਹੀ ਅੰਨ ਪੈਦਾ ਅਨਾਜ ਪੈਦਾ ਹੁੰਦਾ ਹੈ, ਕਮਾਦ ਪੈਦਾ ਹੁੰਦਾ ਹੈ, ਮਿੱਠਾ ਕਪਾਹਾਂ ਪੈਦਾ ਹੁੰਦੀਆਂ ਨੇ। ਜਿਨ੍ਹਾਂ ਕਪਾਹਾਂ ਤੋਂ ਕੱਪੜਾ ਬਣਦਾ ਹੈ ਔਰ ਇਹ ਆਪਣੀ ਢੇਡ ਢੱਕਦੇ ਨੇ ਇਸ ਪ੍ਰਕਾਰ ਪਰਦਾ ਕਰਦੇ ਨੇ। ਤੇ ਬਰਸਾਤ ਹੁੰਦੀ ਹੈ ਜਲ ਜਲ ਹੁੰਦਾ ਹੈ ਧਰਤੀ ਦੇ ਤੇ ਕਿੰਨਾ ਸੁੰਦਰ ਘਾਹ ਹਰਿਆ ਭਰਿਆ ਪੈਦਾ ਹੁੰਦਾ ਹੈ।
ਘਾਹ ਨੂੰ ਛਕ ਕਰਕੇ ਜੋ ਪਾਣੀ ਤੋਂ ਪੈਦਾ ਹੋਇਆ ਹੁੰਦਾ ਹੈ, ਗਾਵਾਂ ਦੁੱਧ ਦਿੰਦੀਆਂ ਨੇ। ਦੁੱਧ ਤੋਂ ਆਦਿਕ ਦਹੀਂ ਮੱਖਣ ਤਿਆਰ ਹੁੰਦਾ ਹੈ। ਜਤ ਕੀਏ ਮੋਮ ਜਗ ਸਤ ਪੂਜਾ। ਤੇ ਉਸ ਮੱਖਣ ਤੋਂ ਅੱਗੇ ਘਿਓ ਤਿਆਰ ਕਰਦੇ ਨੇ, ਜਿਸ ਦੇ ਨਾਲ ਦੇਵੀ ਦੇਵਤਿਆਂ ਦੀ ਇਸ ਪ੍ਰਕਾਰ ਜਿਹੜੇ ਪੁਰਾਤਨ ਪੁਰਸ਼ ਹਨ ਉਹ ਪੂਜਾ ਕਰਦੇ ਨੇ। ਪਾਏ ਕਾਰਜ ਸੋ ਹੈ। ਤੇ ਪੂਜਾ ਨੂੰ ਕਰਨ ਦੇ ਨਾਲ, ਬੰਦਗੀ ਨੂੰ ਕਰਨ ਦੇ ਨਾਲ ਹੀ ਭਾਈ ਮਰਦਾਨਾ ਜੀ ਜਿਹੜੇ ਕਾਰਜ ਸੋਭਦੇ ਨੇ, ਸਿੱਧ ਹੁੰਦੇ ਨੇ। ਗੁਰੂ ਸਮੁੰਦ ਨਦੀ ਸਭ ਸਿੱਖੀ। ਤੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਪਰਮੇਸ਼ਰ ਹੈ ਉਹ ਸਮੁੰਦਰ, ਤੇ ਜਿਹੜੀ ਸਿੱਖੀ ਹੈ ਇਹ ਨਦੀ ਵਰਗੀ। ਜਿਵੇਂ ਸਮੁੰਦਰਾਂ ਦੇ ਵਿੱਚੋਂ ਸੰਗਤ ਜੀ ਨਦੀਆਂ ਨਿਕਲਦੀਆਂ ਨੇ, ਏਦਾਂ ਗੁਰੂ ਦਿਆਂ ਪ੍ਰਵਚਨਾਂ ਵਿੱਚੋਂ, ਸ਼ੁਭ ਬਚਨਾਂ ਵਿੱਚੋਂ, ਉਪਦੇਸ਼ਾਂ ਵਿੱਚੋਂ ਸਿੱਖੀ ਰੂਪੀ ਨਦੀਆਂ ਨਿਕਲਦੀਆਂ ਨੇ। ਚਿਤ ਵਡਿਆਈ। ਤੇ ਜਿਹੜੇ ਸਿੱਖੀ ਨੂੰ ਧਾਰਨ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਸਾਧਦੇ, ਬੰਦਗੀ ਕਰਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੀ ਵੀ ਵਡਿਆਈ ਮਿਲਦੀ ਹੈ। ਨਾਨਕ ਜੇ ਸਿਰ ਸੁੱਥੇ ਨਾਵਲ ਨਾਹੀ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜਿਹੜੇ ਇਹ ਸਿਰਾਂ 'ਚ ਸਵਾਹ ਪਾ ਕੇ ਫਿਰਦੇ ਨੇ ਨਾ, ਇਹ ਨਹਾਉਂਦੇ ਨਹੀਂ। ਤਾਮਤ ਚੱਟੇ ਸਿਰ ਛਾਈ। ਤੇ ਇਸ ਪ੍ਰਕਾਰ ਜਿਹੜੇ ਕਦੇ ਇਸ਼ਨਾਨ ਕਰਦੇ ਨਹੀਂ, ਤੇ ਇਹਨਾਂ ਦਾ ਜਿਹੜਾ ਸਾਰਾ ਮਨ ਹੈ ਔਰ ਸਾਰਾ ਤਨ ਹੈ ਨਾ, ਇਹ ਮੈਲ ਦਾ ਭਰਿਆ ਹੁੰਦਾ ਹੈ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਜਲ ਦਾ ਇਸ਼ਨਾਨ ਨਹੀਂ ਕੀਤਾ, ਉਹਨਾਂ ਦਾ ਜਿਹੜਾ ਤਨ ਮੈਲ ਦਾ ਭਰ ਜਾਂਦਾ ਹੈ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਇਸ਼ਨਾਨ ਮਨ ਦਾ ਨਹੀਂ ਕਰਵਾਇਆ, ਉਹਨਾਂ ਦਾ ਮਨ ਵੀ ਵਿਕਾਰਾਂ ਰੂਪੀ ਮੈਲ ਨਾਲ ਭਰ ਜਾਂਦਾ ਹੈ ਜੀ। ਚੌਪਈ ਸੁਣ ਸਲੋਕ ਕੋ ਅਦਕਲ ਜਾਵਾ। ਗੁਰੂ ਨਾਨਕ ਪਾਤਸ਼ਾਹ ਦੇ ਮੁਖੋਂ ਸੁਣ ਕਰਕੇ ਕਿ ਜੈਨੀ ਬੜਾ ਸ਼ਰਮਸਾਰ ਹੋਇਆ ਹੈ। ਆਪਣੀ ਜਹ ਕਲਾ ਦਿਖਾਵਾ। ਤੇ ਮਨ ਦੇ ਵਿੱਚ ਆਇਆ ਹੈ ਕਿ ਕੋਈ ਕਰਾਮਾਤ ਵਿਖਾਵਾਂ ਜੀ। ਜੰਤਰ ਮੰਤਰ ਕੋ ਜੋਰ ਲਗਾਵਾ। ਤੇ ਜਿੰਨੇ ਵੀ ਜੰਤਰ ਮੰਤਰ ਤੰਤਰ ਇਹਨੂੰ ਆਉਂਦੇ ਨੇ ਨਾ, ਇਹਨੇ ਸਾਰਾ ਜੋਰ ਲਾਇਆ ਹੈ। ਜਿਨਦੇ ਗੁਰ ਪਰ ਕਾਛ ਨ ਬਸਾਵਾ। ਸਮਰੱਥ ਗੁਰੂ ਨਾਨਕ ਦੇਵ ਜੀ ਸ਼ਮੇਰ ਪਰਬਤ ਵਾਂਗ ਟਿਕੇ ਨੇ, ਕੋਈ ਫਰਕ ਨਹੀਂ ਪਿਆ। ਜਾਣੇ ਜਬ ਵਿਸਾਲ ਬਿਦਨੀ ਕੀ। ਤੇ ਜਦੋਂ ਜਾਣਿਆ ਹੈ ਨਾ ਕਿ ਇਹ ਤਾਂ ਕੋਈ ਪੂਰਨ ਸਮਰੱਥ ਹੈ। ਸਾਦਾ ਧਰਤ ਭਇਓ ਤਬ ਜੀ ਕੀ। ਤੇ ਮਨ ਦੇ ਅੰਦਰ ਸ਼ਰਧਾ ਨੂੰ ਧਾਰਨ ਕਰਕੇ, ਨਿਮਰਤਾ ਨੂੰ ਧਾਰਨ ਕਰਕੇ ਹੱਥ ਜੋੜੇ ਨੇ। ਨਮੋ ਕਰੀ ਪਗ ਪਾਵਲ ਲੀਨੰ। ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ ਨਮਸਕਾਰ ਕੀਤੀ ਹੈ, ਤੇ ਸਤਿਗੁਰਾਂ ਤੋਂ ਚਰਨ ਪਾਉਲ ਪ੍ਰਾਪਤ ਕੀਤੀ ਹੈ ਜੀ। ਪੂਰਬ ਰੀਤ ਤਿਆਗ ਸਬਦੀਨੰ। ਤੇ ਜਿਹੜੀ ਪਹਿਲੀ ਰੀਤ ਮਰਿਆਦਾ ਜੈਨੀਆਂ ਵਾਲੀ, ਸਰੇਵੜਿਆਂ ਵਾਲੀ ਸਾਰੀ ਤਿਆਗ ਦਿੱਤੀ ਹੈ, ਛੱਡ ਦਿੱਤੀ ਹੈ। ਸਤਿਗੁਰ ਕੇ ਸਿਮਰਨ ਅਨਰਾਗਾ। ਤੇ ਸਤਿਗੁਰਾਂ ਦੀ ਬੰਦਗੀ ਦਾ ਜੋ ਸਿਮਰਨ ਹੈ, ਪਰਮੇਸ਼ਰ ਦੇ ਨਾਮ ਦਾ ਸਿਮਰਨ ਹੈ, ਉਹਦੇ ਵਿੱਚ ਪ੍ਰੇਮ ਲਾਇਆ ਹੈ। ਹੋਏ ਸਰਲ ਸੇਵਾ ਮਹਿਲਾ ਕਾ। ਇਸ ਪ੍ਰਕਾਰ ਸਤਿਗੁਰਾਂ ਦੀ ਸੇਵਾ ਕਰਨ ਲੱਗਾ ਹੈ। ਧਰਮ ਸਾਲ ਗੁਰ ਤਹਿ ਬਨਵਾਈ। ਸਤਿਗੁਰਾਂ ਨੇ ਇਸ ਟਾਪੂ ਉੱਪਰ, ਇਸ ਨਗਰ ਦੇ ਉੱਪਰ ਵੀ ਇੱਕ ਧਰਮਸ਼ਾਲਾ ਤਿਆਰ ਕਰਵਾਈ ਹੈ। ਸਥਾਪਤ ਕੀਨੋ ਤਹਿ ਥਾਈ। ਮਹਾਰਾਜੀਆਂ ਨੇ ਧਰਮਸ਼ਾਲਾ ਬਣਾਉਣੀ ਕੀਤੀ ਹੈ ਜੀ। ਸਭ ਨਗਰ ਕੋ ਨਾਮ ਪਾਇਓ। ਸਾਰੇ ਨਗਰ ਤਾਈਂ ਸਤਿਗੁਰਾਂ ਨੇ ਨਾਮ ਦੀ ਵਰਖਾ ਕੀਤੀ ਹੈ। ਬੇਟੇ ਜਤ ਸੂਦ ਮਗ ਪਾਇਓ। ਤੇ ਜਿਹੜੇ ਹੁਣ ਤੱਕ ਪਰਮਾਰਥ ਦੇ ਰਸਤੇ ਤੋਂ ਟੇਢੇ ਚੱਲ ਰਹੇ ਸਨ, ਨਾ ਕੁਰਾਹੇ ਪਏ ਸਨ, ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ, ਸਾਰਿਆਂ ਤੋਂ ਸਿੱਧੇ ਰਸਤੇ ਪਾਇਆ ਹੈ। ਜਬ ਜਲਨੇ ਕੀ ਇੱਛਾ ਧਾਰੀ। ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਅੱਗੇ ਚੱਲਣ ਦੀ ਇੱਛਾ ਕੀਤੀ ਹੈ, ਤਬ ਨਿਭ ਆਇਓ ਗੁਰੂ ਅਕਾਲੀ। ਤੇ ਇਸ ਪ੍ਰਕਾਰ ਇਸ ਨਗਰ ਦਾ ਜੋ ਰਾਜਾ ਸਤਿਗੁਰਾਂ ਦੇ ਪਾਸ ਆਇਆ ਹੈ, ਰੱਖੋ ਸਦੀਵ ਹਮਾਰੇ ਦੇਸਾ। ਕਹਿਣ ਲੱਗਾ ਮਹਾਰਾਜ ਹਮੇਸ਼ਾ ਲਈ ਸਾਡੇ ਨਗਰ ਵਿੱਚ ਵਸ ਜਾਵੋ। ਦਾਸ ਲਖੋ ਸੇਵਕੇ ਜਗਤੇਸਾ। ਤੇ
ਸਾਨੂੰ ਆਪਣੇ ਦਾਸ ਸੇਵਕ ਬਣਾ ਲਵੋ ਤੇ ਅਸੀਂ ਆਪ ਜੀਆਂ ਦੀ ਸੇਵਾ ਕਰਾਂਗੇ ਜੀ। ਜਿਉ ਤੁਮ ਕਹੋ ਕਰਹਿ ਸੋ ਰੀਤੀ। ਜਿਵੇਂ ਮਹਾਰਾਜ ਆਪ ਜੀ ਸਮਝਾਵੋਗੇ, ਜਿਵੇਂ ਆਪ ਜੀ ਕਹੋਗੇ, ਉਸੇ ਪ੍ਰਕਾਰ ਅਸੀਂ ਜੀਵਨ ਬਤੀਤ ਕਰਾਂਗੇ ਜੀ। ਬਰਾਬਰ ਕੇ ਵਿਛੜੇ ਬਪਰੀਤੀ। ਮਹਾਰਾਜ ਹੁਣ ਤੱਕ ਅਸੀਂ ਵਿਛੜ ਕਰਕੇ ਪਰਮੇਸ਼ਰ ਤੋਂ ਆਪ ਜੀ ਵਰਗੇ ਸਾਧੂ ਤੋਂ ਵਿਛੜ ਕਰਕੇ ਬੜੀ ਉਲਟ ਰੀਤੀ ਕਰਦੇ ਸੀ। ਸ੍ਰੀ ਗੁਰੂ ਸੋਨਾ ਕੀਏ ਬਚਨ ਉਚਾਰਨ। ਇਸ ਪ੍ਰਕਾਰ ਸੁਣ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਨੇ, ਪੜ੍ਹੋ ਸੁਣੋ ਬਾਣੀ ਦੁਖ ਟਾਰਨ। ਮਹਾਰਾਜ ਕਹਿੰਦੇ ਭਾਈ ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਨੂੰ ਸੁਣੋ, ਸਤ ਸੰਗਤ ਕਰੋ, ਜਿਹੜੀ ਸਾਰਿਆਂ ਦੁੱਖਾਂ ਨੂੰ ਟਾਲਣ ਵਾਲੀ ਹੈ। ਜਬ ਕਛ ਚਾਹੇ ਹੋਇ ਤੁਝ ਉਰਕੋ। ਤੇ ਜਦੋਂ ਵੀ ਤੁਹਾਡੇ ਅੰਦਰ ਕੋਈ ਇੱਛਾ ਪੈਦਾ ਹੋਵੇਗੀ, ਕਰਮੋ ਧਿਆਵਲ ਤਬ ਸਤਿਗੁਰ ਕੋ। ਮਹਾਰਾਜ ਕਹਿੰਦੇ ਉਦੋਂ ਕੜਾ ਪ੍ਰਸ਼ਾਦ ਦੀ ਦੇਗ ਬੜੀ ਭਾਵਨਾ ਦੇ ਨਾਲ ਤਿਆਰ ਕਰਕੇ ਰਾਖ ਟਕਾ ਕੀਜਹਿ ਅਰਦਾਸਾ। ਤੇ ਪਰਮੇਸ਼ਰ ਅੱਗੇ ਆਪਣਾ ਦਸਵੰਧ ਕੱਢ ਕੇ ਮਾਇਆ ਰੱਖ ਕਰਕੇ ਅਰਦਾਸਾਂ ਸੋਧਿਓ ਜੀ। ਸ੍ਰੀ ਕਰਤਾਰ ਪੂਰ ਹੈ ਆਸਾ। ਤੇ ਜੋ ਅਕਾਲ ਪੁਰਖ ਵਾਹਿਗੁਰੂ ਹੈ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰਨ ਕਰਨਗੇ। ਨਾਮ ਸਰੂਪ ਕੋ ਧਰੋ ਧਿਆਨਾ। ਮਹਾਰਾਜ ਕਹਿੰਦੇ ਫਿਰ ਸਾਡੇ ਸਰੂਪ ਦਾ ਧਿਆਨ ਨੂੰ ਧਰਿਓ ਜੀ। ਕਰਨੇ ਕਾਜ ਅਪਰ ਹਮਖਾਨਾ। ਮਹਾਰਾਜ ਕਹਿੰਦੇ ਹੁਣ ਅਸੀਂ ਹੋਰ ਵੀ ਬੜੇ ਕਾਰਜ ਕਰਨੇ ਨੇ, ਬੜਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਣਾ ਹੈ। ਦੋਪਰਾ ਪੁਨ ਨਰੇਸ਼ ਬੋਲਤ ਭਇਓ। ਫਿਰ ਰਾਜੇ ਨੇ ਹੱਥ ਜੋੜੇ ਅਤੇ ਬੋਲਿਆ ਹੈ, ਲੇਹੋ ਉਪਾਇਨ ਮੋਰ। ਮਹਾਰਾਜ ਫਿਰ ਸਾਡੇ ਕੋਲੋਂ ਕੁਝ ਭੇਟਾਂ ਤਾਂ ਪ੍ਰਵਾਨ ਕਰੋ ਜੀ। ਅਮਤ ਜਵਾਹਰ ਧਰੇ ਟੈਕ। ਬੜੇ ਅਮੋਲਕ ਹੀਰੇ ਮੋਤੀ ਲਿਆ ਕਰਕੇ ਸਤਿਗੁਰਾਂ ਦੇ ਪਾਸ ਰੱਖੇ ਨੇ। ਮਨ ਮੈਂ ਚਰਨ ਲਿਪੋਰ। ਤੇ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਹਿਰਦਿਆਂ ਅੰਦਰ ਵਸਾਇਆ ਹੈ। ਚੌਪਈ ਧਰੇ ਵਿਸਾਲ ਆਨ ਕਰ ਮੋਤੀ। ਜਦੋਂ ਇਸ ਪ੍ਰਕਾਰ ਬੜੇ ਕੀਮਤੀ ਹੀਰੇ ਮੋਤੀ ਸਤਿਗੁਰਾਂ ਪਾਸ ਰੱਖੇ ਨੇ, ਜਿਨਕੀ ਪਟ ਦੁੱਤ ਦੀਪਤ ਅਦੋਤੀ। ਜਿਨ੍ਹਾਂ ਦੀ ਬੜੀ ਸੁੰਦਰ ਚਮਕਦੀ ਸੋਭਾ ਵਧ ਰਹੀ ਹੈ। ਬੋਲੇ ਕਹਿੰਦੇ ਬਿਲੋਕ ਬਸਾਈ। ਗੁਰੂ ਨਾਨਕ ਦੇਵ ਜੀ ਉਹ ਹੀਰੇ ਮੋਤੀਆਂ ਦੇ ਭਰੇ ਥਾਲ ਨੂੰ ਵੇਖ ਕਰਕੇ ਬੋਲੇ ਨੇ, ਇਹ ਮੋਤੀ ਹੈ ਕੂੜ ਲਖਾਈ। ਮਹਾਰਾਜ ਕਹਿੰਦੇ ਭਾਈ ਇਹ ਸਾਰਾ ਕੁਝ ਕੂੜਾ ਹੈ, ਝੂਠ ਹੈ। ਮੋਤੀ ਸਾਚ ਨਾਮ ਹਰ ਜੋਈ। ਬਸ ਇੱਕੋ ਹੀ ਸੰਸਾਰ ਤੇ ਮੋਤੀ ਹੈ, ਉਹ ਨਾਮ ਹੈ। ਜਿਨ ਮਨ ਮਹਿ ਇਹ ਲੀਨ ਪਰੋਏ। ਤੇ ਜਿਨ੍ਹਾਂ ਨੇ ਆਪਣੇ ਮਨ ਰੂਪੀ ਧਾਗੇ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਹੀਰੇ ਮੋਤੀ ਨੂੰ ਪਰੋਇਆ ਹੈ। ਕੀ ਸੋਭਾ ਦੋਨੋਂ ਲੋਕਾਂ। ਮਹਾਰਾਜ ਕਹਿੰਦੇ ਲੋਕ ਅਤੇ ਪਰਲੋਕ ਵਿੱਚ ਉਹਨਾਂ ਦੀ ਸੋਭਾ ਵਡਿਆਈ ਹੁੰਦੀ ਹੈ। ਬਿਨ ਕਬਹੂ ਨ ਰਹੇ ਅਸ਼ੋਕਾ। ਮਹਾਰਾਜ ਕਹਿੰਦੇ ਜਿਹੜਾ ਉਹ ਹੀਰਾ ਮੋਤੀ ਹੈ ਨਾ, ਉਹ ਕਿਤੇ ਡਿੱਗਦਾ ਨਹੀਂ, ਗਵਾਚਦਾ ਨਹੀਂ, ਚੋਰ ਤੱਕ ਉਹਨੂੰ ਨਹੀਂ ਲਿਜਾਂਦਾ। ਐਸਾ ਜਿਹੜਾ ਨਾਮ ਰੂਪੀ ਹੀਰਾ ਹੈ। ਕਾਸ਼ਕ ਲੀਤੀਏ ਕਹਿ ਮਰਦਾਨਾ। ਤੇ ਭਾਈ ਮਰਦਾਨਾ ਜੀ ਕੋਲ ਬੈਠੇ ਕਹਿਣ ਲੱਗੇ ਮਹਾਰਾਜ ਏਦਾਂ ਨਾ ਕਰੋ, ਕੁਝ ਕੁ ਹੀਰੇ ਮੋਤੀ ਤਾਂ ਲੈ ਜਾਈਏ। ਸੁੰਦਰ ਦੀਪਕ ਸੋ ਦੋਤ ਜਿਨ ਨਾਨਾ। ਮਹਾਰਾਜ ਵੇਖੋ ਕਿੰਨੀ ਸੁੰਦਰ ਸੋਭਾ ਬਣੀ ਹੈ, ਮੈਨੂੰ ਬੜੇ ਸੁੰਦਰ ਲੱਗਦੇ ਨੇ। ਗੁਰੂ ਕਹੈ ਜੋ ਦੇਖਤ ਇਹੂ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਜੋ ਹੀਰੇ ਮੋਤੀ ਤੁਹਾਨੂੰ ਨਜ਼ਰ ਆਉਂਦੇ ਨੇ, ਰੂਪੀ ਹੈ ਇਨਕੋ ਨੇਹੂ। ਮਹਾਰਾਜ ਕਹਿੰਦੇ ਇਹਨਾਂ ਹੀਰਿਆਂ ਮੋਤੀਆਂ ਦੇ ਨਾਲ ਪ੍ਰੇਮ ਕਰਨਾ ਤੇ ਦੁੱਖ ਦੇ ਨਾਲ ਯਾਰੀ ਪਾਉਣੀ ਹੈ। ਪਰਮੇਸ਼ਰ ਕੋ ਨਾਮ ਜੋ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਜੋ ਪਰਮੇਸ਼ਰ ਦਾ ਨਾਮ ਹੈ, ਸੋ ਸੁਖਦਾਏ। ਮਹਾਰਾਜ ਕਹਿੰਦੇ ਉਹੀ ਸੁੱਖਾਂ ਦਾ ਘਰ ਹੈ ਜੀ। ਮਰਦਾਨੇ ਪਾਸ ਹੈ। ਭਾਈ ਮਰਦਾਨੇ ਉਹ ਨਾਮ ਰੂਪੀ ਮੋਤੀ ਤੁਹਾਡੇ ਕੋਲ ਹੈ। ਸਦਾ ਲਿਵ ਲਾਏ। ਤੇ ਹਮੇਸ਼ਾ ਉਸ ਮੋਤੀ ਨੂੰ ਲਿਵਲਾ ਕਰਕੇ ਜਪਣਾ ਕਰੋ। ਚੌਪਈ ਸੋ ਪ੍ਰੀਤ ਨ ਕੀਜੈ ਕਬਹੀ। ਮਹਾਰਾਜ ਕਹਿੰਦੇ ਜੋ ਧਨ ਪਦਾਰਥ
ਜਾਤ ਹੀਰੇ ਮੋਤੀ ਨੇ, ਇਹਨਾਂ ਨਾਲ ਕਦੇ ਵੀ ਪ੍ਰੇਮ ਨਾ ਕਰੋ। ਇਸ ਪ੍ਰਕਾਰ ਕਹਿ ਕਰ ਗੁਰ ਤਬਹੀ, ਇਸ ਪ੍ਰਕਾਰ ਸਤਿਗੁਰੂ ਜੀ ਉਪਦੇਸ਼ ਦੇ ਕਰਕੇ ਵਿਦਾ ਹੋਏ ਕੀਨੋ ਪ੍ਰਸਥਾਨਾ। ਮਹਾਰਾਜ ਜੀ ਵਿਦਾ ਹੋਏ ਉਤੋਂ ਅੱਗੇ ਚੱਲੇ ਨੇ। ਭਗਤ ਆਓ ਜਿਨ ਜਾਗ ਪ੍ਰਗਟਾਨਾ, ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਨਾਮ ਬੰਦਗੀ ਦਾ ਪ੍ਰਚਾਰ ਪ੍ਰਸਾਰ ਇਸ ਸੰਸਾਰ ਅੰਦਰ ਪ੍ਰਗਟ ਕੀਤਾ ਹੈ। ਦੋਹਰਾ ਪਾਤਕ ਪਿਕ ਕਰ ਹਵੇ ਦੁਖੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਪਰਾਇਆਂ ਦੇ ਦੁੱਖ ਨੂੰ ਵੇਖ ਕਰਕੇ ਆਪ ਵੀ ਦੁਖੀ ਹੋ ਜਾਂਦੇ ਨੇ, ਪਾਸਕ ਪੇਟ ਹਰ ਖਾਏ, ਤੇ ਪਰਾਏ ਤੇ ਆਏ ਸੁੱਖ ਨੂੰ ਵੇਖ ਕਰਕੇ ਬਹੁਤ ਹੀ ਖੁਸ਼ੀ ਮਨਾਉਂਦੇ ਨੇ ਜੀ। ਮੁਕਤ ਪੰਥ ਨਿਸਤਨ ਕਰੇ, ਜਿਹੜੇ ਐਸੀ ਬਿਰਤੀ ਦੇ ਲੋਕ ਹੁੰਦੇ ਨੇ ਨਾ, ਉਹ ਤਾਂ ਦਿਨ ਰਾਤ ਮੁਕਤੀ ਦੇ ਰਸਤੇ ਤੇ ਚੱਲਦੇ ਨੇ। ਤਿਨ ਸੰਤਨ ਕਰ ਪਾਏ, ਐਸੇ ਜਿਹੜੇ ਲੋਕ ਨੇ ਇਹ ਤਾਂ ਜਾਣੋ ਸੰਤ ਨੇ, ਸਾਧੂ ਸੁਭਾਅ ਵਾਲੇ ਨੇ, ਤੇ ਇਹਨਾਂ ਦੇ ਅਸੀਂ ਚਰਨੀ ਪੈਂਦੇ ਹਾਂ, ਪੈਰਾਂ ਤੇ ਬੰਦਨਾ ਨਮਸਕਾਰ ਕਰਦੇ ਹਾਂ। ਸ੍ਰੀ ਬਾਲਾ ਸੁੰਦਰ ਬਾਚ, ਸਾਧੂ ਗੋਤਨਾ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਅੱਗੇ ਬਖਸ਼ਿਸ਼ ਕਰਦੇ ਨੇ। ਚੌਪਈ ਸੁਣੀਏ ਸ੍ਰੀ ਅੰਗਦ ਜਤਦਾਨੀ, हे ਗੁਰੂ ਅੰਗਦ ਦੇਵ ਜੀ ਮਹਾਰਾਜ ਮੁਕਤੀ ਦਾਤੇ ਸੁਣਨਾ ਕਰੋ। ਆਗੇ ਗਮਨ ਕੀਨ ਬਨਖਾਨੀ, ਗੁਰਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਇਸ ਨਗਰ ਉੱਪਰ ਬਖਸ਼ਿਸ਼ਾਂ ਕਰਕੇ ਅੱਗੇ ਚੱਲੇ ਨੇ। ਚਾਪੇ ਪੰਥ ਗ੍ਰਾਮ ਇਕ ਆਵਾ, ਰਸਤੇ ਤੇ ਚੱਲਦਿਆਂ ਚੱਲਦਿਆਂ ਅੱਗੇ ਇੱਕ ਹੋਰ ਨਗਰ ਆਇਆ ਹੈ। ਬਸੇ ਖਾਨ ਭਗਤ ਮਨ ਭਾਵਾ, ਉਸ ਨਗਰ ਦੇ ਅੰਦਰ ਇੱਕ ਬੜੀ ਪ੍ਰੇਮਾ ਭਗਤੀ ਵਾਲਾ ਇੱਕ ਤਰਖਾਣ ਰਹਿੰਦਾ ਸੀ, ਸੰਤਨ ਕੀ ਸੇਵਾ ਨਿਤ ਕਰਹੀ, ਜਿਹੜਾ ਹਰ ਰੋਜ਼ ਨਾਮ ਜਪਣ ਵਾਲੇ ਸਾਧੂਆਂ ਦੀ ਬੜੀ ਪ੍ਰੇਮ ਭਾਵਨਾ ਨਾਲ ਸੇਵਾ ਕਰਦਾ ਸੀ। ਅਦਕ ਭਾਉ ਹਿਰਦੇ ਮਹਿ ਧਰਹੀ, ਜਿਹਨੇ ਬੜਾ ਪ੍ਰੇਮ ਬੰਦਗੀ ਭਾਵ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਸੀ ਜੀ। ਕਾਮਨਾ ਕਰਤਾਰਥ ਜਨ ਕੇ ਹਿਤਾ, ਤੇ ਮਹਾਰਾਜ ਜੀ ਉਸ ਦਾ ਜੀਵਨ ਸਫਲ ਕਰਨ ਵਾਸਤੇ ਉਸ ਨੂੰ ਆਪਣਾ ਸੇਵਕ ਜਾਣ ਕੇ ਸ੍ਰੀ ਗੁਰ ਕਹਿ ਕੇ ਗਏ ਨਿਕੇਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਤਰਖਾਣ ਦੇ ਘਰ ਗਏ ਨੇ। ਔਰ ਖਾਨ ਸਾਦਰ ਬੈਸਾਏ, ਤੇ ਆਏ ਹੋਏ ਸਾਧੂਆਂ ਨੂੰ ਵੇਖ ਕਰਕੇ ਤਰਖਾਣ ਉੱਠਿਆ ਹੈ, ਇੱਕ ਮੰਜਾ ਵਿਛਾਇਆ ਹੈ। ਕਿਸਾ ਵਿਖੇ ਸੇਵੇ ਮਨ ਲਾਏ, ਤੇ ਜਦੋਂ ਰਾਤਰੀ ਦਾ ਸਮਾਂ ਹੋਇਆ ਹੈ, ਬੜਾ ਭੋਜਨ ਪਦਾਰਥ ਛਕਾਇਆ ਹੈ, ਬਹੁਤੀ ਸੇਵਾ ਕੀਤੀ ਹੈ। ਕਈ ਘੋਰ ਗੁਰ ਕੀਰਤਿਆਰੀ, ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਹੈ, ਮਹਾਰਾਜ ਜੀਆਂ ਨੇ ਤਿਆਰੀ ਕੀਤੀ ਹੈ। ਛਤਰੀ ਤੋਰ ਤਾਹੀ ਕੀ ਡਾਰੀ, ਜਿਸ ਉਸ ਦੀ ਝੌਂਪੜੀ ਅੰਦਰ, ਜਿਸ ਉਸ ਗਰੀਬ ਤਰਖਾਣ ਦੀ ਛਪੜੀ ਅੰਦਰ ਮਹਾਰਾਜ ਜੀਆਂ ਨੇ ਰਾਤ ਕੱਟੀ ਸੀ ਨਾ, ਸਤਿਗੁਰਾਂ ਨੇ ਸਾਰੀ ਉਹ ਝੌਂਪੜੀ ਤੋੜ ਦਿੱਤੀ ਹੈ। ਦੇ ਵਿੱਚ ਤੀਨੋ ਸੋਵਨ ਹੇਤੂ, ਤੇ ਜਿਹੜਾ ਤਰਖਾਣ ਨੇ ਮੰਜਾ ਦਿੱਤਾ ਸੀ ਸਤਿਗੁਰਾਂ ਦੇ ਪੈਣ ਵਾਸਤੇ, ਮਹਾਰਾਜ ਜੀਆਂ ਨੇ ਉਹਨੂੰ ਕਰਕੇ ਉਹ ਵੀ ਤੋੜਿਆ ਹੈ। ਸੋ ਤੋਰੇ ਬੇਦੀ ਕੁਲ ਕੇ ਤੂ, ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਸਭ ਕੁਝ ਤੋੜ ਰਹੇ ਨੇ। ਅੰਮ੍ਰਿਤਕਾ ਕੇ ਬਾਸਨ ਤੇ ਜੋ, ਜਿਨ੍ਹਾਂ ਮਿੱਟੀ ਦੀਆਂ ਭਾਂਡਿਆਂ ਵਿੱਚ ਸਤਿਗੁਰਾਂ ਨੂੰ ਭੋਜਨ ਛਕਾਇਆ ਸੀ, ਸੋਰੇ ਕੰਚਨ ਮਹਿ ਤਪਤੇਉ, ਮਹਾਰਾਜ ਜੀਆਂ ਨੇ ਪਲ ਦੇ ਅੰਦਰ ਸਾਰੇ ਭਾਂਡੇ ਤੋੜੇ ਨੇ। ਇਸ ਪ੍ਰਕਾਰ ਕਰ ਸਤਿ ਗੁਜ਼ਾਰਾ, ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੇ ਉਸ ਤਰਖਾਣ ਦਾ ਮਾਨੋ ਸਾਰਾ ਹੀ ਘਰ ਉਜਾੜ ਦਿੱਤਾ ਹੈ। ਗਮਨ ਹੇਤ ਸ੍ਰੀ ਗੁਰ ਭੇਟਿਆਰਾ, ਮਹਾਰਾਜ ਜੀ ਹੁਣ ਅੱਗੇ ਚੱਲਣ ਵਾਸਤੇ ਤਿਆਰ ਬਰ ਤਿਆਰ ਹੋਏ ਨੇ। ਸੋ ਖਾਨ ਮਨ ਸਥਿਰ ਕਰਕੇ, ਪਰ ਤਰਖਾਣ ਨੇ ਇੱਕ ਵੀ ਸਵਾਲ ਨਹੀਂ ਕੀਤਾ, ਆਪਣੇ ਮਨ ਨੂੰ ਟਿਕਾ ਕਰਕੇ ਪਹਿਲਾਂ ਵਾਂਗ ਪ੍ਰੇਮ ਧਾਰਨ ਕੀਤਾ ਹੈ। ਗਮਨੇ ਸੰਗ ਵਿਦਕ ਚਰਕੇ, ਇਹ ਸੋਚ ਕੇ ਸਤਿਗੁਰਾਂ ਦੇ ਨਾਲ ਤੁਰਿਆ ਹੈ ਕਿ ਸਤਿਗੁਰਾਂ ਨੂੰ ਨਗਰ ਲਗਾ ਆਈਏ, ਵਿਦਾ ਕਰ ਆਈਏ। ਨਿਕ ਸਬਹਿਰ ਬੋਲਿਓ ਵਰਤਾਨਾ, ਤੇ ਜਦੋਂ ਨਗਰ ਤੋਂ ਬਾਹਰ ਆਏ ਭਾਈ ਮਰਦਾਨਾ ਜੀ ਬੋਲੇ ਨੇ, ਮੁਝੇ ਬਤਾਵ ਕੋ ਕਿਰਪਾ ਨਿਧਾਨਾ, ਕਿਰਪਾ ਦੇ ਕਰ ਗੁਰੂ ਨਾਨਕ ਦੇਵ ਜੀ ਮੈਨੂੰ ਦੱਸੋ ਜੀ। ਰਹਿਣ ਰਹਿਣ ਕੇ ਹਿਤ ਵਿਸਕਰਮ,
ਮਹਾਰਾਜ ਜਦੋਂ ਆਪਾਂ ਇਸ ਨਗਰ ਵਿੱਚ ਆਏ ਸੀ ਤੇ ਨਗਰ ਵਿੱਚ ਰਾਤ ਰਹਿਣ ਵਾਸਤੇ ਮੈਂ ਕਿਹਨੂੰ ਦੀਨੋ ਬਿਸਰਾਮੋ ਮਹਾਰਾਜ ਕਿਸੇ ਨੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ, ਕੋਈ ਵੀ ਸਾਨੂੰ ਘਰ ਲੈ ਕੇ ਨਹੀਂ ਗਿਆ ਕਿ ਸਾਡੇ ਘਰ ਰਾਤ ਕੱਟੋ। ਤੋਮਰਾ ਇਹ ਜੋ ਦੀਨ ਤਖਾਨ ਹੈ ਮਹਾਰਾਜ ਜਿਹੜਾ ਇਹ ਗਰੀਬ ਤਰਖਾਣ ਸੀ ਦੀਨੋ ਹਮਕੋ ਥਾਏ ਮਹਾਰਾਜ ਇਹਨੇ ਸਾਨੂੰ ਰਹਿਣ ਵਾਸਤੇ ਇਸ ਪ੍ਰਕਾਰ ਥਾਂ ਦਿੱਤੀ ਸੀ। ਲਿਖਿਆ ਸੇਵਾ ਕਰੀ ਮਹਾਰਾਜ ਸਾਰੀ ਰਾਤ ਸਾਡੇ ਭੋਜਨ ਛਕਾ ਕਰਕੇ ਆਪ ਜੀਆਂ ਦੇ ਚਰਨ ਘੁੱਟ ਕੇ ਇਹਨੇ ਸੇਵਾ ਕੀਤੀ ਹੈ। ਮਹਾਰਾਜ ਵੇਖੋ ਕਿੰਨਾ ਪ੍ਰੇਮ ਇਹਦੇ ਹਿਰਦੇ ਅੰਦਰ ਸਮਾਇਆ ਹੈ। ਮਹਾਰਾਜ ਫਿਰ ਵੇਖੋ ਸਾਨੂੰ ਵਿਦਾ ਕਰਨ ਵਾਸਤੇ ਸਾਡੇ ਨਾਲ ਆਉਂਦਾ ਹੈ। ਮਹਾਰਾਜ ਹੁਣ ਤੱਕ ਇਹਨੇ ਕੋਈ ਵੀ ਮਾੜਾ ਕਰਮ ਨਹੀਂ ਕੀਤਾ। ਜਦੋਂ ਦੇ ਅਸੀਂ ਆਏ ਹਾਂ ਬੜੀ ਪ੍ਰੇਮ ਭਾਵਨਾ ਦੇ ਨਾਲ ਸਾਡੀ ਸੇਵਾ ਕਰਦਾ ਹੈ, ਚੰਗੀਆਂ ਗੱਲਾਂ ਕਰਦਾ ਹੈ। ਮਹਾਰਾਜ ਤੁਸੀਂ ਆਉਣ ਲੱਗੇ ਇਹਦਾ ਸਾਰਾ ਘਰ ਤੋੜ ਆਏ ਹਾਂ। ਮਹਾਰਾਜ ਸਾਰੀ ਸਮੱਗਰੀ ਸਾਰੇ ਭਾਂਡੇ ਪੰਜੇ ਆਦਿਕ ਤੋੜ ਦਿੱਤੇ ਨੇ। ਮਹਾਰਾਜ ਆਪ ਜੀਆਂ ਨੂੰ ਕਿਸ ਗੱਲ ਦਾ ਗੁੱਸਾ ਹੈ। ਮਹਾਰਾਜ ਇਹਦੇ ਸਿਰ ਉੱਪਰ ਕਿਉਂ ਦੁੱਖਾਂ ਦਾ ਪਹਾੜ ਤੋੜਿਆ ਹੈ ਜੀ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੋ ਇਹਨਾਂ ਨੇ ਸਾਰੀ ਰਾਤ ਸਾਡੀ ਸੇਵਾ ਕੀਤੀ ਹੈ। ਭਾਈ ਮਰਦਾਨਾ ਜੀ ਜਾਣ ਲਵੋ ਉਹ ਸੇਵਾ ਅਸੀਂ ਪ੍ਰਵਾਨ ਕੀਤੀ ਹੈ। ਪਰਮੇਸ਼ਰ ਦੀ ਦਰਗਾਹ ਅੰਦਰ ਉਹ ਸੇਵਾ ਪ੍ਰਵਾਨ ਹੋਈ ਹੈ। ਇਦਾਂ ਕਹਿ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਗਰੀਬ ਤਰਖਾਣ ਨੂੰ ਮੋੜ ਦਿੱਤਾ ਹੈ ਕਿ ਭਾਈ ਬਹੁਤੀ ਦੂਰ ਤੋਂ ਸਾਡੇ ਨਾਲ ਆਇਆ ਹੈ, ਇਥੋਂ ਵਾਪਸ ਜਾਣਾ ਕਰੋ ਜੀ। ਤੇ ਆਪ ਗੁਰੂ ਨਾਨਕ ਪਾਤਸ਼ਾਹ ਅੱਗੇ ਤੁਰ ਪਏ ਨੇ। ਤੇ ਜਦੋਂ ਜਾ ਕਰਕੇ ਗਰੀਬ ਸਿੱਖ ਨੇ ਆਪਣਾ ਸਾਰਾ ਘਰ ਵੇਖਿਆ ਹੈ। ਐਸੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਮੰਦਰ ਸੁੰਦਰ ਬਣੇ ਸੋ ਤਬਹੀ। ਤੇ ਇਸ ਪ੍ਰਕਾਰ ਜਦੋਂ ਸਤਿਗੁਰਾਂ ਨੂੰ ਛੱਡ ਕੇ ਵਾਪਸ ਮੁੜਿਆ ਇਹਨਾਂ ਸੰਗਤ ਜੀ ਤੇ ਸੁੰਦਰ ਮਹਿਲ ਪਾਏ ਹੋਏ, ਸੁੰਦਰ ਘਰ ਬਣਿਆ ਹੋਇਆ। ਕਈ ਵਾਰ ਮਨ ਦੇ ਅੰਦਰ ਸ਼ੰਕੇ ਪੈ ਜਾਂਦੇ ਨੇ, ਪੈਦਾ ਹੋ ਜਾਂਦੇ ਨੇ ਕਿ ਇਹ ਕਿੱਦਾਂ ਹੋ ਸਕਦਾ। ਆਪ ਜੀਆਂ ਨੂੰ ਐਗਜ਼ਾਮਪਲ ਦੇ ਤੌਰ ਤੇ ਇੱਕ ਦੱਸ ਦੇਵਾਂਗੇ। ਸਾਡੇ ਨਗਰਾਂ ਦੇ ਕੋਲ ਇੱਕ ਨਗਰ ਹੈ ਭਗਤਾ ਪਿੰਡ ਹੈ, ਜਿਹਨੂੰ ਭਗਤਾ ਭਾਈ ਦਾ ਕਹਿੰਦੇ। ਤੇ ਅੱਜ ਵੀ ਛੇਵੇਂ ਪਾਤਸ਼ਾਹ ਦੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਇੱਕ ਖੂਹ ਹੈ, ਜੋ ਉਹਨਾਂ ਲੋਕਾਂ ਦਾ ਮੰਨਣਾ ਹੈ ਕਿ ਇਹ ਖੂਹ ਰਾਤੋਂ ਰਾਤ ਤਿਆਰ ਹੋਇਆ ਸੀ ਤੇ ਇਹ ਭੂਤਾਂ ਵਾਲਾ ਖੂਹ ਬਣਦਾ ਹੈ। ਜੇਕਰ ਭੂਤਾਂ ਪ੍ਰੇਤਾਂ ਇਸ ਪ੍ਰਕਾਰ ਰਾਤੋਂ ਰਾਤ ਖੂਹ ਤਿਆਰ ਕਰ ਸਕਦੀਆਂ ਨੇ ਤੇ ਗੁਰੂ ਨਾਨਕ ਪਾਤਸ਼ਾਹ ਤਾਂ ਇਹ ਸ੍ਰਿਸ਼ਟੀ ਦੇ ਰਚਨਹਾਰ ਨੇ, ਕੀ ਨਹੀਂ ਕਰ ਸਕਦੇ। ਇਸ ਲਈ ਮਹਾਰਾਜ ਜੀਆਂ ਨੇ ਉਸ ਦੇ ਆਉਂਦਿਆਂ ਆਉਂਦਿਆਂ ਸੁੰਦਰ ਮੰਦਰ ਤਿਆਰ ਕਰਵਾਏ ਨੇ। ਤੇ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਹੈ ਨਾ, ਮਹਿਲਾਂ ਦਾ ਦਰਵਾਜ਼ਾ ਖੋਲ੍ਹਿਆ ਹੈ, ਅੰਦਰ ਸੁੰਦਰ ਜਿਹੜੇ ਭਾਂਡੇ ਨੇ ਤੇ ਔਰ ਜਿਹੜੇ ਧਨ ਦੇ ਖਜ਼ਾਨੇ ਭਰੇ ਹੋਏ ਨੇ। ਬੜੇ ਸੁੰਦਰ ਤਰੀਕਿਆਂ ਦੇ ਵੱਖੋ ਵੱਖਰੇ ਰੰਗਾਂ ਦੇ ਵਸਤਰ ਪਾਏ ਨੇ ਜੀ। ਤੇ ਵੇਖ ਕਰਕੇ ਐਸਿਆਂ ਸੁੰਦਰ ਪਦਾਰਥਾਂ ਨੂੰ ਬੜਾ ਹੈਰਾਨ ਹੋਇਆ ਕਿ ਉਹ ਤਾਂ ਆਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਨ ਕੇ ਮਨ ਦੇ ਅੰਦਰ ਪਹਿਚਾਣਦਾ ਹੈ। ਇਸ ਪ੍ਰਕਾਰ ਚਾਰਾਂ ਪਦਾਰਥ ਧਰਮ ਅਰਥ ਕਾਮ ਮੋਖ ਨੂੰ ਪ੍ਰਾਪਤ ਕਰਕੇ ਜਿਹੜਾ ਉਹ ਤਰਖਾਣ ਹੈ ਨਿਹਾਲ ਹੋਇਆ, ਜੀਵਨ ਸਫਲ ਹੋਇਆ ਹੈ। ਪਰ ਹਿਰਦੇ ਅੰਦਰ ਉਹਦੇ ਇੱਕ ਪਛਤਾਵਾ ਹੈ
ਮੈਂ ਉਹਨਾਂ ਦਾ ਭੇਦ ਨਹੀਂ ਜਾਣ ਸਕਿਆ ਕਿ ਮੇਰੇ ਘਰ ਆਪ ਪਰਮੇਸ਼ਰ ਆਏ ਨੇ। ਇਸ ਪ੍ਰਕਾਰ ਜਿਵੇਂ ਸ਼੍ਰੀ ਕ੍ਰਿਸ਼ਨ ਜੀਆਂ ਕੋਲ ਉਹਨਾਂ ਦਾ ਮਿੱਤਰ ਸੁਦਾਮਾ ਗਿਆ ਸੀ ਨਾ, ਤੇ ਜਾ ਕਰਕੇ ਆਪਣੀ ਗਰੀਬੀ ਦੀ ਸਾਰੀ ਕਹਾਣੀ ਦੱਸੀ ਸੀ, ਤੇ ਭਗਵਾਨ ਕ੍ਰਿਸ਼ਨ ਜੀਆਂ ਨੇ ਐਸੀ ਕਿਰਪਾ ਕੀਤੀ ਸੀ, ਉਸ ਦੇ ਇਕੱਲੇ ਘਰ ਨੂੰ ਤਾਂ ਕੀ ਸਵਾਰਨਾ ਸੀ, ਉਹਦੇ ਸਾਰੇ ਨਗਰ ਨੂੰ, ਸਾਰੇ ਪਿੰਡ ਨੂੰ ਹੀ ਮਹਿਲਾਂ ਦੇ ਵਿੱਚ ਬਦਲ ਦਿੱਤਾ ਸੀ। ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਜੀ ਕਲਯੁਗ ਦੇ ਸਮੇਂ ਅੰਦਰ ਆਪਣੇ ਸਿੱਖਾਂ ਦੀਆਂ ਸੇਵਾਵਾਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਦੇ ਘਰਾਂ ਦੇ ਵਿੱਚੋਂ ਗਰੀਬੀਆਂ ਕੱਢ ਰਹੇ ਨੇ ਮਹਾਰਾਜ। ਤੇ ਇਸ ਸਿੱਖ ਦੇ ਅੰਦਰ ਪਛਤਾਵਾ ਹੋਇਆ ਹੈ ਕਿ ਮੈਂ ਜਾਣ ਨਹੀਂ ਸਕਿਆ ਕਿ ਇਹ ਪੂਰਨ ਪਰਮੇਸ਼ਰ ਹੈ, ਮੈਂ ਤਾਂ ਇੱਕ ਆਮ ਸਾਧੂ ਸੰਤ ਜਾਣਦਾ ਸੀ। ਆਗੇ ਕੀਨ ਗੁਰੂ ਮਨ ਗਵਨੰ। ਗੁਰੂ ਨਾਨਕ ਪਾਤਸ਼ਾਹ ਜੀ ਐਸੀਆਂ ਬਖਸ਼ਿਸ਼ਾਂ ਕਰਦੇ ਹੋਏ ਆਪਣਿਆਂ ਗੁਰਸਿੱਖਾਂ ਤੇ ਅੱਗੇ ਚੱਲੇ ਨੇ। ਜਿਸ ਗੁਰੂ ਨਾਨਕ ਦੇਵ ਜੀਆਂ ਦੀ ਸੇਵਾ 14 ਭਵਨ 14 ਪੁਰੀਆਂ ਕਰਦੇ ਨੇ। ਮਹਾਰਾਜ ਅੱਗੇ ਚੱਲੇ ਨੇ, ਇੱਕ ਭਟੰਤ ਦੇਸ਼ ਆਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਭਟੰਤ ਦੇਸ਼ ਅੰਦਰ ਪਹੁੰਚੇ ਨੇ, ਮਹਾਰਾਜ ਜਦੋਂ ਉਸ ਭਟੰਤ ਨਗਰ ਦੇ ਕੋਲ ਗਏ ਨੇ, ਤੇ ਇੱਕ ਰੁੱਖ ਦੀ ਸੰਘਣੀ ਛਾਂ ਵੇਖ ਕਰਕੇ ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਦੇਵ ਜੀ ਰੁੱਖ ਥੱਲੇ ਬਿਰਾਜੇ ਨੇ। ਜਿਸ ਗੁਰੂ ਨਾਨਕ ਦੇਵ ਜੀਆਂ ਦੇ ਦਰਸ਼ਨ ਜਿਹੜੇ ਹਿਰਦਿਆਂ ਦੇ ਜਿਹੜੇ ਦੁੱਖ ਹਨ ਕੱਟ ਦਿੰਦੇ ਨੇ। ਤੇ ਸੰਗਤ ਜੀ ਉਸ ਦੇਸ਼ ਦਾ ਜੋ ਉਸ ਨਗਰ ਦਾ ਰਾਜਾ ਹੈ, ਇਸ ਪ੍ਰਕਾਰ ਬੜੀ ਕਾਮ ਦੇ ਸਹਿਤ ਰਹਿੰਦਾ ਹੈ, ਪਰ ਇਸਤਰੀਆਂ ਦੇ ਨਾਲ ਵਿਕਾਰ ਭੋਗਦਾ ਹੈ। ਤੇ ਉਸ ਨਗਰ ਦੇ ਅੰਦਰ ਜਿਸ ਕਿਸੇ ਦਾ ਵੀ ਵਿਆਹ ਹੁੰਦਾ ਹੈ, ਤੇ ਫੇਰਿਆਂ ਤੋਂ ਬਾਅਦ ਉਹ ਔਰਤ ਨੂੰ ਆਪਣੇ ਘਰ ਵਾਲੀ ਨੂੰ ਪਹਿਲਾਂ ਆਪਣੇ ਘਰ ਨਹੀਂ ਲੈ ਜਾਂਦੇ, ਉਸ ਰਾਜੇ ਦੇ ਮਹਿਲਾਂ ਵਿੱਚ ਛੱਡਦੇ ਨੇ। ਐਸੀ ਉਥੋਂ ਦੀ ਮਰਿਆਦਾ ਹੈ। ਆਪਣੇ ਘਰ ਚਰਨ, ਆਪਣੇ ਘਰ ਪੈਰ ਪਵਾਉਣ ਤੋਂ ਪਹਿਲਾਂ ਰਾਜੇ ਦੇ ਮਹਿਲਾਂ ਅੰਦਰ ਘੱਲਦੇ ਨੇ। ਤੇ ਜਿਹੜਾ ਰਾਜਾ ਹੈ ਉਸ ਔਰਤ ਦੇ ਨਾਲ, ਉਹਦੇ ਪਤੀ ਤੋਂ ਪਹਿਲਾਂ ਉਸ ਨਾਲ ਵਿਕਾਰ ਭੋਗਦਾ ਹੈ। ਤੇ ਫਿਰ ਕੁਝ ਦਿਨਾਂ ਦੇ ਬਾਅਦ ਜਦੋਂ ਉੱਥੇ ਕੋਈ ਹੋਰ ਵਿਆਹ ਹੁੰਦਾ ਹੈ ਤੇ ਨਵੀਂ ਇਸਤਰੀ ਮਹਿਲਾਂ ਵਿੱਚ ਜਾਂਦੀ ਹੈ, ਤੇ ਜੋ ਪੁਰਾਣੀ ਹੈ ਉਹ ਜਿਸ ਦੇ ਨਾਲ ਵਿਆਹੀ ਹੁੰਦੀ ਹੈ ਫਿਰ ਉਸ ਦੇ ਨਾਲ ਜਾਂਦੀ ਹੈ ਜੀ। ਏਦਾਂ ਸਾਰਾ ਹੀ ਨਗਰ ਰਾਜੇ ਦਾ ਡਰ ਮੰਨਦਾ ਹੋਇਆ ਏਦਾਂ ਸਾਰੀ ਮਰਿਆਦਾ ਨਿਭਾਉਂਦਾ ਹੈ। ਗੁਰੂ ਨਾਨਕ ਪਾਤਸ਼ਾਹ ਐਸੇ ਵਿਗੜਿਆਂ ਰਾਜਿਆਂ ਨੂੰ ਮੱਤ ਦੇਣ ਵਾਸਤੇ ਮਹਾਰਾਜ ਨਗਰ ਤੋਂ ਬਾਹਰ ਰਾਜ ਗਏ ਨੇ। ਤੇ ਕੁਝ ਕੁ ਨਗਰ ਤੋਂ ਲੋਕ ਜਿਹੜੇ ਆਪਣੇ ਕੰਮ ਧੰਦਿਆਂ ਲਈ ਬਾਹਰ ਆਉਂਦੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆ ਕਰਕੇ ਮਿਲਦੇ ਨੇ, ਚਰਨਾਂ ਦੇ ਉੱਪਰ ਨਮਸਕਾਰ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਨਾਮ ਦਾ ਉੱਤਮ ਉਪਦੇਸ਼ ਬਖਸ਼ਦੇ ਨੇ। ਤੇਰੇ ਭਾਈ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਸਵਾਸ ਸਵਾਸ ਨਾਮ ਜਪੋ ਜੀ। ਇਸ ਪ੍ਰਕਾਰ ਸਤਿਗੁਰਾਂ ਦੇ ਮਿੱਠੇ ਬੋਲ ਸੁਣ ਕਰਕੇ ਸਾਰੇ ਨਗਰ ਦੇ ਲੋਕ ਕੋਈ ਬਸਤਰ, ਕੋਈ ਆਟਾ ਦਾਲਾਂ ਪ੍ਰਸ਼ਾਦਾ ਆਦਿਕ ਸਤਿਗੁਰਾਂ ਲਈ ਭੇਟਾਂ ਵਿੱਚ ਲਿਆਉਂਦਾ ਹੈ। ਤੇ ਮਹਾਰਾਜ ਕਿਸੇ ਤੋਂ ਰਾਈ ਦੇ ਦਾਣੇ ਜਿੰਨੀ ਵੀ ਕੋਈ ਚੀਜ਼ ਨਹੀਂ ਲੈਂਦੇ। ਮਹਾਰਾਜ ਸਤਿਗੁਰਾਂ ਕੋਲ ਆਉਂਦੀਆਂ ਭੇਟਾਵਾਂ ਸਾਰੀਆਂ ਬਰੰਗ ਚਿੱਠੀਆਂ ਵਾਂਗ ਖਾਲੀ ਮੋੜਦੇ ਨੇ। ਜਦੋਂ ਇਸ ਪ੍ਰਕਾਰ ਕੁਝ ਕੁ ਦਿਨ ਉਸ
ਨਗਰ ਅੰਦਰ ਬਤੀਤ ਹੋਏ ਨੇ। ਕੀਰਤ ਪਸਰੀ ਪੌਰਵ ਤੇ ਐਸੇ ਨਗਰ ਦੀਆਂ ਚਾਰੇ ਦਿਸ਼ਾਵਾਂ ਵਿੱਚ ਸਤਿਗੁਰਾਂ ਦੀ ਵਡਿਆਈ ਹੋਣ ਲੱਗੀ ਹੈ। ਮਹਾਪੁਰਖ ਪੂਰਨ ਹੈ ਸੰਸਾਰ ਕਿਦਾਂ ਕਹਿੰਦੇ ਨੇ ਕਿ ਇਹ ਪੂਰਨ ਮਹਾਪੁਰਖ ਸੰਤ ਹੈ ਜੀ। ਅਮਰ ਨ ਜਾਣੇ ਬਿਨ ਭਗਵੰਤਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਇਹ ਕਿਸੇ ਨੂੰ ਹੋਰ ਨਹੀਂ ਜਾਣਦਾ। ਕਾਮ ਨ ਕ੍ਰੋਧ ਨ ਲੋਭ ਨ ਰਾਈ ਨਾ ਇਹਦੇ ਅੰਦਰ ਕਾਮ ਹੈ, ਕ੍ਰੋਧ ਹੈ, ਨਾ ਲੋਭ ਹੈ। ਰਾਈ ਦੇ ਦਾਣੇ ਜਿੰਨਾ ਵੀ ਨਹੀਂ। ਰਾਈ ਦਾ ਦਾਣਾ ਸੰਗਤ ਜੀ ਸਰੋਂ ਦੇ ਦਾਣੇ ਨੂੰ 10 ਹਿੱਸਿਆਂ ਦੇ ਵਿੱਚ ਕੱਟ ਲਈਏ ਨਾ, ਜਿਹੜਾ 10ਵਾਂ ਹਿੱਸਾ ਹੁੰਦਾ ਹੈ ਉਸ ਨੂੰ ਰਾਈ ਦੇ ਦਾਣੇ ਜਿੰਨਾ ਕਿਹਾ ਜਾਂਦਾ ਹੈ, ਜੋ ਬਿਲਕੁਲ ਸੂਖਮ ਹੁੰਦਾ ਹੈ। ਇਸ ਪ੍ਰਕਾਰ ਰਾਈ ਦੇ ਦਾਣੇ ਜਿੰਨੇ ਵੀ ਵਿੱਚ ਵਿਕਾਰ ਨਹੀਂ ਹਨ। ਬੇਪਰਵਾਹ ਕਿਲਾ ਸੁਤਾਈ ਬੇਪਰਵਾਹ ਸੰਤ ਹੈ ਤੇ ਜਿਹੜੀ ਬੋਲੀ ਹੈ ਉਹ ਸੁਖ ਦੇਣ ਵਾਲੀ ਹੈ। ਖੁਦ ਨਿਕਲ ਜਾਏ ਜਿਸ ਵਰਨਾ ਇਸ ਪ੍ਰਕਾਰ ਜਦੋਂ ਨਗਰ ਦਿਆਂ ਲੋਕਾਂ ਨੇ ਰਾਜੇ ਕੋਲੇ ਜਾ ਕੇ ਵਡਿਆਈਆਂ ਕੀਤੀਆਂ ਨੇ ਮੈਂ ਸੰਤ ਇੱਕ ਸੌਖ ਆਚਰਨਾ ਕਿ ਨਗਰ ਤੋਂ ਬਾਰ-ਬਾਰ ਇੱਕ ਬੜੇ ਸ੍ਰੇਸ਼ਟ ਆਚਰਣ ਵਾਲਾ, ਬੜੇ ਚੰਗੇ ਕਰੈਕਟਰ ਵਾਲਾ ਸੰਤ ਆਇਆ ਹੈ। ਦਰਸ਼ਨ ਕਰੋ ਆਪ ਚਲਤਾ ਹੀ ਤੇ ਰਾਜਾ ਜੀ ਆਪ ਚੱਲ ਕਰਕੇ ਉਹਨਾਂ ਦੇ ਦਰਸ਼ਨ ਕਰ ਲਵੋ। ਸੁਨਤ ਬਚਨ ਕਲਮਲ ਵਿੱਚ ਜਾਹੀ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਪਾਪ ਨਾਸ਼ ਹੁੰਦੇ ਨੇ। ਨਾਨਕ ਪ੍ਰਭੂ ਨਿਰਪਤ ਆਇਓ ਜਦੋਂ ਰਾਜੇ ਨੂੰ ਇਸ ਪ੍ਰਕਾਰ ਨਗਰ ਦੇ ਲੋਕਾਂ ਨੇ ਸਮਝਾਇਆ ਹੈ ਤੇ ਰਾਜਾ ਚੱਲਿਆ ਹੈ। ਦਸ ਆਹਾਰ ਪਾਣ ਲਿਆਇਓ ਵਸਤਰ ਆਦਿਕ ਪਹਿਟਾਵਾਂ ਖਾਣਾ ਸਤਿਗੁਰਾਂ ਦੇ ਵਾਸਤੇ ਲਿਆਇਆ ਹੈ। ਆਨ ਜਾਨ ਪ੍ਰਬੰਧਨ ਕਰਕੇ ਤੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਵੰਦਨਾ ਕੀਤੀ ਹੈ। ਕਰੀ ਬਿਨੇ ਬਚ ਦੀਨ ਉਚਰ ਤੇ ਕੇ ਬੜੀ ਨਿਮਰਤਾ ਦੇ ਵਿੱਚ ਆ ਕਰਕੇ ਬੇਨਤੀ ਕਰਦਾ ਹੈ। ਕਰਮੋ ਪਾਇਨ ਅੰਗੀਕਾਰ ਮਹਾਰਾਜ ਜੋ ਮੈਂ ਭੇਟਾਂ ਲੈ ਕੇ ਆਇਆ ਹਾਂ ਪ੍ਰਵਾਨ ਕਰੋ, ਅੰਗੀਕਾਰ ਕਰੋ ਜੀ। ਸੋ ਖਾਵ ਹੋ ਉਚਰ ਤੇ ਅਨਾਰਾ ਬੜੀ ਰੁਚੀ ਦੇ ਨਾਲ ਜਿਹੜੇ ਸਵਾਦਲੇ ਭੋਜਨ ਤਿਆਰ ਕੀਤੇ ਨੇ ਮੇਰੇ ਨੌਕਰਾਂ ਨੇ, ਤੁਸੀਂ ਛਕ ਲਵੋ। ਸੁੰਦਰ ਪਹਿਨ ਹੋ ਚੀਰ ਸਰੀਰਾ ਮਹਾਰਾਜ ਵੇਖੋ ਕਿੰਨੇ ਸੁੰਦਰ ਵਸਤਰ ਲਿਆਇਆ ਹਾਂ, ਇਹਨਾਂ ਨੂੰ ਪਹਿਨਣਾ ਕਰੋ ਜੀ। ਸੰਤ ਸਰੂਪ ਗੁਣੀ ਕਹੀਰਾ ਮਹਾਰਾਜ ਤੁਸੀਂ ਸੰਤ ਸਰੂਪ ਹੋ, ਗੁਣਾਂ ਦੇ ਖਜ਼ਾਨੇ ਹੋ। ਦੋਹਰਾ ਗੁਰ ਕਹੇ ਹਮਰੇ ਕਾਜ ਨਹਿ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜੋ ਤੂੰ ਲੈ ਕੇ ਆਇਆ ਸਾਡੇ ਕਿਸੇ ਵੀ ਕੰਮ ਦਾ ਨਹੀਂ। ਦੇਖੋ ਗਰੀਬਨ ਜਾਏ ਇਹ ਸਾਰੀਆਂ ਜੋ ਵਸਤੂਆਂ ਬਣਾਵਾ ਖਾਣਾ ਆਦਿਕ ਗਰੀਬਾਂ ਵਿੱਚ ਵੰਡ ਦੇਵੋ, ਵਰਤਾ ਦੇਵੋ। ਪ੍ਰੇਮਿਤ ਸਰਬ ਵਸਤੂਨ ਸੋ ਇਸ ਪ੍ਰਕਾਰ ਕਿਰਤ ਜਿਹੜੀ ਇਹ ਸਾਰਾ ਕੁਝ ਤੁਸੀਂ ਲੈ ਕੇ ਆਏ ਹੋ ਨਾ ਵਸਤੂਆਂ, ਇਹ ਸਾਰੀਆਂ ਗਰੀਬਾਂ ਵਿੱਚ ਵੰਡਣਾ ਕਰੋ। ਹਮਕੋ ਜਾਣੇ ਨ ਕਾਏ ਤੇ ਜਿਹੜੀਆਂ ਇਹ ਤੂੰ ਵਸਤੂਆਂ ਲੈ ਕੇ ਆਇਆ ਹੈ ਨਾ, ਅਸੀਂ ਇਹਨਾਂ ਤੋਂ ਪਹਿਲਾਂ ਹੀ ਤ੍ਰਿਪਤ ਹਾਂ, ਸਾਨੂੰ ਦੇ ਰਤੇ ਪਰ ਵੀ ਨਹੀਂ ਚਾਹੀਦੀਆਂ। ਚੌਪਈ ਸਾਦਾ ਔਰ ਧਾਰ ਜੋਰੇ ਇਸ ਆਖਾ ਪ੍ਰਕਾਰ ਸ਼ਰਧਾ ਭਾਵਨਾ ਦੇ ਨਾਲ ਰਾਜੇ ਨੇ ਹੱਥ ਜੋੜੇ ਨੇ। ਬੋਲਿਓ ਬਚਨ ਬਾਹਰ ਨਰਨਾਥਾ ਤੇ ਸਤਿਗੁਰਾਂ ਤਾਈਂ ਬੋਲਦਾ ਹੈ। ਸੰਤ ਤੁਮੈ ਪ੍ਰਵਾਹਿ ਨ ਕੋਈ ਮਹਾਰਾਜ ਰਾਜਾ ਆ ਕੇ ਆਪ ਜੀਆਂ ਨੂੰ ਭੇਟਾ ਕਰ ਰਿਹਾ ਹੈ ਤੇ ਬਹੁਤੇ ਜਿਹੜੇ ਸੰਤ ਨੇ ਮੈਥੋਂ ਡਰਦੇ ਹੀ ਇਹ ਚੀਜ਼ਾਂ ਅੰਗੀਕਾਰ ਕਰ ਲੈਂਦੇ ਨੇ ਕਿ ਰਾਜਾ ਕੋਈ ਸਾਨੂੰ ਸਜ਼ਾ ਨਾ ਸੁਣਾ ਦੇਵੇ। ਪਰ ਆਪ ਜੀ ਕੈਸੇ ਬੇਪਰਵਾਹ ਹੋ, ਕੋਈ ਵੀ ਚੀਜ਼ ਪ੍ਰਵਾਨ ਨਹੀਂ ਕੀਤੀ। ਮੇਰੋ ਇਸ ਵਿੱਚ ਭਲ ਨ ਹੋਈ ਮਹਾਰਾਜ ਜਦੋਂ ਤੱਕ ਤੁਸੀਂ ਮੇਰੀਆਂ ਲਿਆਂਦੀਆਂ ਵਸਤੂਆਂ ਪ੍ਰਵਾਨ ਨਹੀਂ ਕਰਦੇ ਤੇ ਮੇਰਾ ਭਲਾ ਕਿਵੇਂ ਹੋਵੇਗਾ। ਸੰਤ ਸਦੀਵ ਸਰਬ ਉਪਕਾਰੀ ਮਹਾਰਾਜ ਜਿਹੜੇ ਸੰਤ ਹੁੰਦੇ ਨੇ ਉਹ ਤਾਂ ਹਮੇਸ਼ਾ ਹੀ ਪਰਮ ਉਪਕਾਰੀ ਸੁਭਾਅ ਵਾਲੇ ਰਹਿੰਦੇ ਨੇ। ਕਰਮੋ ਭਲਾ ਲਿਓ ਭੇਟ ਹਮਾਰੀ ਮਹਾਰਾਜ ਮੇਰਾ ਭਲਾ ਕਰ ਦੇਵੋ, ਭਟਾਵਾਂ ਪ੍ਰਵਾਨ ਕਰ ਲਵੋ। ਰਾਮ ਰਸਾਲ ਨ ਕਰਿਓ ਮੈਂ ਆਈ ਇਸ ਪ੍ਰਕਾਰ ਹੈ ਪਰਮੇਸ਼ਰ ਰੂਪ ਸੰਤ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਸੁਣੀ ਸੋਨ ਮੈਂ ਆਪ ਵਡਾਈ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਐਸੇ ਵਡਿਆਈ ਦੇ ਬਚਨ ਸੁਣੇ ਨੇ ਕਿਰਪਾ ਧਾਰ ਕਰ ਕਹਿਓ ਬਹੋਰੀ ਮਹਾਰਾਜਿਆਂ ਨੇ ਕਿਰਪਾ ਧਾਰਨ ਕੀਤੀ ਹੈ ਰਾਜੇ ਉੱਪਰ ਔਰ ਬੋਲੇ ਨੇ
ਤੂੰ ਆਪਣਾ ਭਲਾ ਚਾਹੁੰਦਾ ਹੈ। ਤਾਜਕ ਵਿਚਾਰ ਜੋ ਪਾਪ ਕਮਾਵਤ ਤੇ ਜਿਹੜੇ ਵਿਕਾਰ ਭੋਗਦਾ ਹੈ ਪਰ ਇਸਤਰੀਆਂ ਦੇ ਨਾਲ ਐਸਾ ਵਿਚਾਰ ਕਰਦਾ ਹੈ ਜਿਸ ਨੂੰ ਤਿਆਗ ਦੇ ਛੱਡ ਦੇ। ਮਹਾਰਾਜ ਕਹਿੰਦੇ ਹਰ ਰੋਜ਼ ਪਰ ਇਸਤਰੀਆਂ ਤਾਈਂ ਵਿਕਾਰ ਭੋਗਦਾ ਹੈ, ਕਿੰਨੇ ਪਾਪ ਕਮਾਉਂਦਾ ਹੈ। ਜੇਕਰ ਇਹ ਰਾਜਾ ਸਾਡੇ ਬਚਨ ਮੰਨ ਲਵੇ ਤੇ ਐਸੀ ਰੀਤ ਮਰਿਆਦਾ ਛੱਡ ਦੇਵੇ। ਫਿਰ ਭਾਈ ਰਾਜੇ ਤੇਰਾ ਹਰ ਪੱਖ ਤੋਂ ਭਲਾ ਹੋਵੇਗਾ। ਤੇ ਜੇ ਤੈਨੂੰ ਕਿਸੇ ਹੋਰ ਚੀਜ਼ ਦੀ ਇੱਛਾ ਹੈ, ਹੋਰ ਚੀਜ਼ ਦੀ ਆਸ ਹੈ, ਤੇ ਮਹਾਰਾਜ ਕਹਿੰਦੇ ਭਾਈ ਉਹ ਤੈਨੂੰ ਅਸੀਂ ਦਵਾ ਦਿੰਦੇ ਹਾਂ, ਉਹ ਚੀਜ਼ ਤੇਰੇ ਕੋਲ ਪੈਦਾ ਕਰ ਦਿੰਦੇ ਹਾਂ। ਸੁਣ ਕਰਕੇ ਸ਼ਰਧਾ ਭਾਵਨਾ ਦੇ ਨਾਲ ਰਾਜਾ ਕਹਿਣ ਲੱਗਾ ਮਹਾਰਾਜ ਮੇਰੇ ਤੇ ਫਿਰ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾ ਲਵੋ। ਮਹਾਰਾਜ ਕੀ ਕਰਾਂ, ਮੇਰਾ ਮਨ ਬੜਾ ਚੰਚਲ ਹੈ, ਵਿਸ਼ੇ ਵਿਕਾਰਾਂ ਵਿੱਚ ਮੁਲਤਾਨ ਹੋਇਆ ਲਿਬੜਿਆ ਹੈ। ਮਹਾਰਾਜ ਇਸਤਰੀ ਦੇ ਨਾਲ ਵਿਕਾਰ ਭੋਗਣ ਦਾ ਜੋ ਰਸ ਹੈ ਉਹਨੂੰ ਕਦੇ ਮਨ ਤ੍ਰਿਪਤ ਨਹੀਂ ਹੁੰਦਾ। ਮਹਾਰਾਜ ਆਏ ਦਿਨ ਜਿਵੇਂ ਜਿਵੇਂ ਮੇਰੀ ਉਮਰ ਵੱਧਦੀ ਹੈ ਤੇ ਇਹ ਲਾਲਸਾ, ਇਹ ਇੱਛਾ ਵੱਧਦੀ ਜਾਂਦੀ ਹੈ। ਜਿਵੇਂ ਮਹਾਰਾਜ ਬਲਦੀ ਅੱਗ ਵਿੱਚ ਲੱਕੜਾਂ ਸੁੱਟ ਦਈਏ ਤੇ ਅੱਗ ਹੋਰ ਲਾਟਾਂ ਬਲਦੀਆਂ ਨੇ ਨਾ ਹੋਰ ਵੱਧਦੀ ਹੈ, ਏਦਾਂ ਹੀ ਇਸਤਰੀਆਂ ਦਾ ਮੇਲ ਹੁੰਦਾ ਹੈ। ਤੇ ਮੇਰੇ ਜੋ ਅੰਦਰ ਵਿਕਾਰਾਂ ਦੀ ਅੱਗ ਹੈ ਉਹਦੇ ਭਾਂਬੜ ਮੱਚਦੇ ਨੇ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਐਸਾ ਉਪਦੇਸ਼ ਦੇਵੋ ਜੀ। ਇਹ ਕਿਰਪਾਲੂ ਦਿਆਲੂ ਸਤਿਗੁਰੂ ਤੁਹਾਡਾ ਉਪਦੇਸ਼ ਸੁਣ ਕਰਕੇ ਜੋ ਮੇਰਾ ਮਨ ਮੁੜ ਜਾਵੇ। ਸੁਣ ਕਰਕੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਮਹਾਰਾਜ ਬੜੇ ਬੈਰਾਗ ਦੇ ਬਚਨ ਬੋਲੇ ਨੇ। ਮਹਾਰਾਜ ਕਹਿੰਦੇ ਹੈ ਰਾਜਾ ਇੱਥੇ ਸੰਗਤ ਜੀ ਸਤਿਗੁਰਾਂ ਨੇ ਔਰਤ ਦੀ ਨਿੰਦਿਆ ਨਹੀਂ ਕੀਤੀ, ਬਸ ਰਾਜੇ ਨੂੰ ਸੁਚੇਤ ਕਰਨ ਵਾਸਤੇ ਇਹਨਾਂ ਸ਼ਰੀਰਾਂ ਤੋਂ ਜਾਣੂ ਕਰਵਾਇਆ। ਮਹਾਰਾਜ ਕਹਿੰਦੇ ਹੈ ਰਾਜਾ ਮੈਨੂੰ ਇੱਕ ਗੱਲ ਦੱਸ, ਔਰਤ ਵਿੱਚ ਤੈਨੂੰ ਕੀ ਚੰਗਾ ਲੱਗਦਾ ਹੈ? ਜਿਸ ਦੇ ਕਾਰਨ ਜਿਸ ਨੂੰ ਚੰਗਾ ਲੱਗਣ ਦੇ ਨਾਲ ਤੇਰਾ ਔਰਤ ਨਾਲ ਪ੍ਰੇਮ ਵੱਧਦਾ ਹੈ। ਮਹਾਰਾਜ ਕਹਿੰਦੇ ਹੈ ਰਾਜਾ ਜੇਕਰ ਤੂੰ ਕਹਿਣਾ ਹੈ ਕਿ ਜੋ ਔਰਤ ਦੇ ਨੇਤਰ ਕਮਲ ਦੀਆਂ ਪੰਖੜੀਆਂ ਵਰਗੇ ਨੇ। ਮਹਾਰਾਜ ਕਹਿੰਦੇ ਉਹ ਅੱਖਾਂ ਦੇ ਅੰਦਰ ਵੀ ਮੈਲ ਆਉਂਦੀ ਹੈ, ਗਿੱਢ ਆਉਂਦੀ ਹੈ, ਤੇ ਅੱਖਾਂ ਦੇ ਵਿੱਚ ਗਿੱਢ ਹੋਵੇ ਨਾ ਵੇਖ ਕਰਕੇ ਬੜੀ ਇਸ ਪ੍ਰਕਾਰ ਗਲਤਾਨ ਪੈਦਾ ਹੁੰਦੀ ਹੈ, ਬੜੀ ਨਫ਼ਰਤ ਪੈਦਾ ਹੁੰਦੀ ਹੈ। ਮਹਾਰਾਜ ਕਹਿੰਦੇ ਜੋ ਸੁੰਦਰ ਅੱਖਾਂ ਤੈਨੂੰ ਚੰਚਲ ਕਰਦੀਆਂ ਨੇ, ਜੇਕਰ ਉਹਨਾਂ ਅੱਖਾਂ ਨੂੰ ਫੋੜ ਦਈਏ। ਮਹਾਰਾਜ ਕਹਿੰਦੇ ਕੁਝ ਵੀ ਨਹੀਂ, ਬਸ ਮਿੱਝ ਹੈ, ਮਾਸ ਹੈ, ਚਰਬੀ ਹੈ ਔਰ ਪਾਣੀ ਹੈ। ਮਹਾਰਾਜ ਕਹਿੰਦੇ ਜਿਹੜੇ ਹੋਰ ਅੰਗ ਆਪ ਜੀਆਂ ਨੂੰ ਲੁਭਾਏ ਮਾਣ ਕਰਦੇ ਨੇ। ਮਹਾਰਾਜ ਕਹਿੰਦੇ ਜੇ ਤੂੰ ਕਹਿਣਾ ਹੈ ਕਿ ਔਰਤ ਦਾ ਚੰਦਰਮੇ ਵਰਗਾ ਮੁਖ ਮੈਨੂੰ ਕਾਮੀ ਬਣਾਉਂਦਾ ਹੈ। ਮਹਾਰਾਜ ਕਹਿੰਦੇ ਮੁਖ ਦਾ ਕੀ ਹੈ? ਚਰਬੀ ਹੈ, ਖੂਨ ਹੈ ਤੇ ਚੰਮ ਦਾ ਲਪੇਟਿਆ ਹੋਇਆ ਹੈ। ਇਸ ਰਕਤ ਖੂਨ ਤੋਂ, ਇਸ ਪ੍ਰਕਾਰ ਚੰਮ ਤੋਂ, ਚਰਬੀ ਤੋਂ ਜਿਹੜਾ ਬਣਿਆ ਹੋਇਆ ਗੋਰਾ ਰੰਗ ਹੈ ਉਹ ਤੈਨੂੰ ਬੜਾ ਸੁੰਦਰ ਜਾਪਦਾ ਹੈ। ਮਹਾਰਾਜ ਕਹਿੰਦੇ ਖੂਨ ਪਸੀਨੇ ਤੋਂ, ਚਰਬੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਤੇ ਜੇਕਰ ਉੱਪਰੋਂ ਇਹ ਚਰਬੀ ਛਿੱਲ ਦਈਏ ਨਾ, ਇਹ ਮਾਸ ਨੂੰ ਛਿੱਲ ਦਈਏ
ਤੇ ਜੋ ਵਿੱਚੋਂ ਇਸ ਪ੍ਰਕਾਰ ਖੂਨ ਨਿਕਲਦਾ ਹੈ, ਵਿੱਜ ਨਿਕਲਦੀ ਹੈ, ਉਸ ਨੂੰ ਵੇਖ ਕਰਕੇ ਹਰ ਇੱਕ ਨੂੰ ਨਫ਼ਰਤ ਆਉਂਦੀ ਹੈ। ਮਹਾਰਾਜ ਕਹਿੰਦੇ ਜੇਕਰ ਤੂੰ ਦਰਦਾਂ ਦੀਆਂ ਸਿਫਤਾਂ ਕਰਦਾ ਹੈ ਕਿ ਕਲੀਆਂ ਵਰਗੇ ਨੇ। ਮਹਾਰਾਜ ਕਹਿੰਦੇ ਜਿਹੜੇ ਸਰੀਰ ਦੇ ਬਾਕੀ ਹੱਡ ਨੇ ਉਹ ਮਾਸ ਨੇ ਢਕੇ ਨੇ, ਤੇ ਜਿਹੜੇ ਇਹ ਦੰਦ ਨੇ ਇਹ ਵੀ ਹੱਡ ਨੇ, ਬਸ ਇਹ ਮਾਸ ਤੋਂ ਬਾਹਰ ਨੇ। ਤੇ ਜਦੋਂ ਇਹ ਦੰਦ ਇਹਨਾਂ ਮੁੱਖਾਂ ਵਿੱਚੋਂ ਨਿਕਲ ਜਾਂਦੇ ਨੇ, ਟੁੱਟ ਜਾਂਦੇ ਨੇ, ਤੇ ਫਿਰ ਕੋਈ ਵੀ ਇਹਨਾਂ ਮੂੰਹਾਂ ਨੂੰ ਇਸ ਪ੍ਰਕਾਰ ਹੱਥ ਨਹੀਂ ਲਾਉਂਦਾ। ਮਹਾਰਾਜ ਕਹਿੰਦੇ ਹੈ ਰਾਜਾ ਇਸ ਪ੍ਰਕਾਰ ਇਹ ਦੇਹੀ ਹੈ, ਜਾਣ ਲੈ। ਮਹਾਰਾਜ ਕਹਿੰਦੇ ਹੋਰ ਕੁਝ ਵੀ ਨਹੀਂ, ਹੱਡ ਹੈ, ਮਾਸ ਹੈ, ਖੂਨ ਹੈ, ਮਝਾਰੀ ਮੱਝ ਹੈ। ਮਹਾਰਾਜ ਕਹਿੰਦੇ ਵਿਸ਼ਟਾ ਹੈ, ਮੂਤਰ ਹੈ, ਆਦਿਕ ਦੁਰਗੰਧੀ ਹੈ। ਮਹਾਰਾਜ ਕਹਿੰਦੇ ਅਗਿਆਨ ਦੇ ਅੰਧੇ ਹੋਏ ਰਾਜੇ ਇਸ ਖੂਨ ਰਕਤ ਦੇ ਬਣੇ ਸਰੀਰ ਨੂੰ ਵੇਖ ਕੇ ਕਿਉਂ ਲੁਭਾਏ ਮਨ ਹੁੰਨਾ ਏ। ਮਹਾਰਾਜ ਕਹਿੰਦੇ ਮੁਖ ਦੇ ਵਿੱਚ ਹਮੇਸ਼ਾ ਥੁੱਕ ਰਹਿੰਦੀ ਹੈ, ਜੇਕਰ ਕੋਈ ਉੱਪਰ ਥੁੱਕ ਦੇਵੇ ਤੇ ਅਸੀਂ ਅਗਲੇ ਦੇ ਗਲ ਪੈ ਜਾਂਦੇ। ਮਹਾਰਾਜ ਕਹਿੰਦੇ ਜਿਸ ਮੁਖ ਨੂੰ ਵੇਖ ਕੇ ਤੈਨੂੰ ਕਾਮ ਵਾਸਨਾ ਜਾਗਦੀ ਹੈ, ਉਸ ਮੁਖ ਦੇ ਅੰਦਰ ਥੁੱਕ ਹੈ, ਤੇ ਨੱਕ ਦੇ ਅੰਦਰ ਹਮੇਸ਼ਾ ਬਲਗਮ ਰਹਿੰਦੀ ਹੈ। ਮਹਾਰਾਜ ਕਹਿੰਦੇ ਕੁਝ ਵੀ ਨਹੀਂ, ਉੱਪਰ ਚਮੜੀ ਹੈ ਤੇ ਚਮੜੀ ਉੱਪਰ ਰੋਮ ਹਨ। ਮਹਾਰਾਜ ਕਹਿੰਦੇ ਹੈ ਰਾਜਾ ਇਸ ਪ੍ਰਕਾਰ ਸਾਡੇ ਬਚਨਾਂ ਨੂੰ ਸੁਣਨਾ ਕਰ। ਮਹਾਰਾਜ ਕਹਿੰਦੇ ਰਾਜਾ ਹੁਣ ਦੱਸ ਕਿਹੜੀ ਵਸਤੂ ਚੰਗੀ ਔਰਤ ਵਿੱਚ ਹੈ ਜੋ ਤੈਨੂੰ ਕਾਮੀ ਬਣਾਉਂਦੀ ਹੈ। ਮਹਾਰਾਜ ਕਹਿੰਦੇ ਮਹਾ ਦੁਰਗੰਧ ਹੈ, ਸਰੀਰ ਦੇ ਅੰਦਰ ਭੈੜੀ ਵਾਸ਼ਨਾ ਹੈ। ਮਹਾਰਾਜ ਕਹਿੰਦੇ ਐਸੀ ਔਰਤ ਦਾ ਪ੍ਰੇਮ ਹੈ ਜੋ ਤੈਨੂੰ ਲੱਗਿਆ ਹੈ। ਮਹਾਰਾਜ ਕਹਿੰਦੇ ਪ੍ਰਤੱਖ ਹੀ ਮਿੱਟੀ ਦੀ ਮੈਲ ਨਜ਼ਰ ਆਉਂਦੀ ਹੈ। ਮਹਾਰਾਜ ਕਹਿੰਦੇ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਵੀ ਜੋ ਐਸੇ ਕਾਮ ਵਾਸ਼ਨਾ ਅੰਦਰ ਪ੍ਰੇਮ ਕਰਦਾ ਹੈ। ਮਹਾਰਾਜ ਕਹਿੰਦੇ ਉਹ ਨਰਕਾਂ ਨੂੰ ਜਾਂਦਾ ਹੈ। ਜੇਕਰ ਸੰਗਤ ਜੀ ਸੁੰਦਰ ਤੋਂ ਸੁੰਦਰ ਸਰੂਪ ਵੀ ਕਿਸੇ ਪੁਰਸ਼ ਜਾਂ ਔਰਤ ਦਾ ਹੋਵੇ ਨਾ, ਤੇ ਉਸ ਨੂੰ ਬੜੇ ਸਾਫ਼ ਸੁਥਰੇ ਕਮਰੇ ਦੇ ਅੰਦਰ ਬੰਦ ਕਰ ਦਈਏ, 5-7 ਦਿਨ ਹਫ਼ਤਾ ਤੱਕ ਉਸ ਨੂੰ ਨਹਾਉਣ ਨੂੰ ਨਾ ਜਾਣ ਦਿੱਤਾ ਜਾਵੇ, ਉਸ ਜਿਹੜਾ ਸਰੂਪ ਹੈ ਬੜਾ ਸੁੰਦਰ ਜਾਪਦਾ ਹੈ, ਉਸ ਸੁੰਦਰ ਸਰੂਪ ਦੇ ਵਿੱਚੋਂ ਵੀ ਭੈੜੀ ਦੁਰਗੰਧੀ ਆਉਣ ਲੱਗ ਜਾਂਦੀ। ਸਾਰਾ ਸਰੀਰ ਮਿੱਟੀ ਦਾ ਬਣਿਆ ਹੈ, ਮਿੱਟੀ ਗਲਣਾ ਸ਼ੁਰੂ ਹੋ ਜਾਂਦੀ ਹੈ ਤੇ ਭੈੜੀ ਵਾਸ਼ਨਾ ਆਉਂਦੀ ਹੈ ਜੀ। ਮਹਾਰਾਜ ਕਹਿੰਦੇ ਉਹ ਨਰਕਾਂ ਨੂੰ ਜਾਂਦੇ ਨੇ ਤੇ ਜਮਾਂ ਦੇ ਭਾਰੇ ਦੁੱਖ ਸਹਿੰਦੇ ਨੇ। ਮਹਾਰਾਜ ਕਹਿੰਦੇ ਜਿਹੜਾ ਬੰਦਾ ਹਮੇਸ਼ਾ ਹੀ ਔਰਤ ਨਾਲ ਵਿਕਾਰ ਭੋਗਣ ਦੇ ਵਿਸ਼ਿਆਂ ਦੇ ਅੰਦਰ ਗੁਲਤਾਨ ਰਹਿੰਦਾ ਹੈ, ਤੇ ਪਰਲੋਕ ਦੇ ਅੰਦਰ ਜਿਹੜੇ ਜਮ ਐਸੇ ਦੁੱਖ ਦਿੰਦੇ ਨੇ, ਲੋਹੇ ਦੀ ਇੱਕ ਔਰਤ ਬਣਾਉਂਦੇ ਨੇ। ਤੇ ਇਸ ਪ੍ਰਕਾਰ ਉਸ ਲੋਹੇ ਦੀ ਔਰਤ ਨੂੰ ਤਪਾ ਕਰਕੇ ਪਰ ਬੰਦੇ ਨੂੰ ਉਸਦੇ ਗਲ ਲਾਉਂਦੇ ਨੇ। ਤੇ ਫਿਰ ਜਦੋਂ ਗਰਮ ਲੋਹੇ ਦੇ ਨਾਲ ਸਰੀਰਾਂ ਦਾ ਸਪਰਸ਼ ਹੁੰਦਾ ਹੈ, ਫਿਰ ਰੋਂਦਾ ਹੈ, ਬਹੁਤਾ ਦੁੱਖ ਪਾਉਂਦਾ ਹੈ। ਤੇ ਜਦੋਂ ਔਰਤ ਤੋਂ ਪਿੱਛੇ ਹਟਦਾ ਹੈ, ਉਹਦੇ ਗਲ ਲੱਗਣ ਤੋਂ ਪਿੱਛੇ ਲੱਗਦਾ ਹੈ, ਫਿਰ ਜਮ ਡੰਡੇ ਮਾਰ ਮਾਰ ਕੇ ਉਹਦੇ ਵੱਲ ਤੋਰਦੇ ਨੇ। ਮਹਾਰਾਜ ਕਹਿੰਦੇ ਕਾਮ ਦੇ ਅਧੀਨ ਹੋਇਆ ਪਲ ਤੋਂ ਪਲ ਦਾ ਸੁਖ ਪਾਉਂਦਾ ਹੈ। ਤੇ ਜਾਮਾਂ ਜਨਮਾਂਤਰਾਂ ਦੇ ਨਰਕਾਂ ਦੇ ਦੁੱਖ ਇਸ ਨੂੰ ਪੈਂਦੇ ਨੇ। ਅਨੇਕਾਂ ਤਰੀਕਿਆਂ ਦੀ ਤਾੜਨਾ ਮਾਰਾ ਸਹਿੰਦਾ ਹੈ। ਮਹਾਰਾਜ ਕਹਿੰਦੇ ਇਹ ਵੇਦ ਪ੍ਰਾਣ ਸਿਮਰਤੀਆਂ ਧਾਰਮ
ਸਕਦੇ ਨੇ। ਸੁਣ ਤੇ ਜਦੋਂ ਕੰਨਾਂ ਦੇ ਵਿੱਚ ਸਤਿਗੁਰਾਂ ਦੇ ਐਸੇ ਬਚਨ ਸੁਣੇ ਨੇ ਤੇ ਆਪਣੇ ਮਨ ਹੀ ਮਨ ਵਿੱਚ ਵਿਚਾਰ ਕੀਤੀ ਹੈ ਤੇ ਆਪਣੇ ਹੁਣ ਜਿਹੜੇ ਕਮਾਏ ਹੋਏ ਪਾਪ ਪਹਾੜਾਂ ਵਾਂਗ ਰਾਜੇ ਨੂੰ ਵੱਡੇ ਲੱਗਦੇ ਨੇ ਤੇ ਚਰਨਾਂ ਦੇ ਢਹਿ ਪਿਆ ਹੈ ਸਤਿਗੁਰਾਂ ਦੇ ਚਰਨ ਪਕੜੇ ਨੇ। ਮਹਾਰਾਜ ਮੈਂ ਅਣਜਾਣ ਮਤ ਵਿੱਚ ਬੜੇ ਪਾਪ ਕਮਾਏ ਨੇ। ਮਹਾਰਾਜ ਬਚਨ ਤੁਮਾਰੇ ਤੇ ਮੈਂ ਜਾਤੇ। ਇਹ ਜਿਹੜੇ ਸਾਰੇ ਪਾਪ ਨੇ ਨਾ ਇਹ ਆਪ ਜੀਆਂ ਦੇ ਬਚਨ ਹੀ ਕੱਢ ਸਕਦੇ ਨੇ। ਮਹਾਰਾਜ ਮੇਰੇ ਤੇ ਕਿਰਪਾ ਧਾਰਨ ਕਰੋ ਮੇਰੇ ਗੁਨਾਹਾਂ ਨੂੰ ਬਖਸ਼ ਲਵੋ। ਮਹਾਰਾਜ ਮੈਂ ਅੱਜ ਤੋਂ ਬਾਅਦ ਕੋਈ ਵੀ ਐਸਾ ਭੈੜਾ ਕਰਮ ਨਹੀਂ ਕਰਾਂਗਾ। ਰਾਜੇ ਨੇ ਜਦੋਂ ਪ੍ਰਣ ਕੀਤਾ ਹੈ ਨਾ ਪ੍ਰਣ ਸੁਣਿਆ ਹੈ ਸਤਿਗੁਰਾਂ ਨੇ ਕਿ ਅੱਜ ਤੋਂ ਬਾਅਦ ਭੈੜਾ ਕਰਮ ਨਹੀਂ ਕਰਦਾ। ਮਹਾਰਾਜ ਬੜਾ ਖੁਸ਼ ਹੋਏ ਤੇ ਮਹਾਰਾਜ ਕਹਿੰਦੇ ਹੈ ਰਾਜਾ ਸੁਣਨਾ ਕਰ। ਅੱਜ ਤੋਂ ਬਾਅਦ ਮਹਾਰਾਜ ਕਹਿੰਦੇ ਰਾਜਾ ਕੋਈ ਵੀ ਪਾਪ ਨਾ ਕਰੇ ਤੇ ਜਿਹੜੇ ਪਿਛਲੇ ਤੋਂ ਪਾਪ ਕੀਤੇ ਨੇ ਉਹ ਸਾਰੇ ਹੀ ਤੇਰੇ ਅਸੀਂ ਬਖਸ਼ ਲਾਏ। ਕਿਉਂਕਿ ਜਦੋਂ ਪ੍ਰਣ ਕੀਤਾ ਜਾਂਦਾ ਹੈ ਫਿਰ ਪਿਛਲੇ ਕੀਤੇ ਪਾਪ ਬਖਸ਼ੇ ਜਾਂਦੇ। ਜਿਵੇਂ ਸੰਗਤ ਜੀ ਜਾਣੇ ਅਣਜਾਣੇ ਕੋਈ ਭੁੱਲ ਹੋ ਜਾਵੇ ਨਾ ਜਿਵੇਂ ਕਿ ਮਹਾਰਾਜ ਜੀਆਂ ਨੇ 4 ਬੱਜਰ ਕਰੇਟਾਂ ਦੱਸੀਆਂ ਕਿ ਤੰਬਾਕੂ ਸ਼ਰਾਬ ਦਾ ਸੇਵਨ ਹੋ ਜਾਵੇ ਪਰ ਇਸਤਰੀ ਦਾ ਸੰਗ ਹੋ ਜਾਵੇ ਕੇਸਾਂ ਦੀ ਬੇਅਦਬੀ ਹੋ ਜਾਵੇ ਤੇ ਜਿਵੇਂ ਆਪਾਂ ਭੁੱਲਾਂ ਬਖਸ਼ਾਉਣ ਵਾਸਤੇ 5 ਪਿਆਰਿਆਂ ਦੇ ਪੇਸ਼ ਹੁੰਦੇ ਆ ਤੇ ਹੋਣਾ ਵੀ ਚਾਹੀਦਾ ਕਿਉਂਕਿ 5 ਪਿਆਰੇ ਪ੍ਰਤੱਖ ਸਤਿਗੁਰੂ ਨੇ। ਸਿੱਖ ਪੰਚਨ ਮੈਂ ਮੇਰੋ ਵਾਸਾ ਕਲਗੀਧਰ ਕਹਿੰਦੇ 5 ਸਿੰਘਾਂ ਵਿੱਚ ਭਾਈ ਮੇਰਾ ਵਾਸਾ ਹੋਵੇ। ਜੇਕਰ ਕੋਈ ਭੈੜਾ ਨਸ਼ਾ ਕੀਤਾ ਹੈ ਅੰਮ੍ਰਿਤ ਛਕ ਕੇ, ਜੇਕਰ ਕੋਈ ਰੋਮਾਂ ਦੀ ਬੇਅਦਬੀ ਕੀਤੀ ਹੈ ਅੰਮ੍ਰਿਤ ਛਕ ਕੇ, ਜੇਕਰ ਪਰ ਇਸਤਰੀ ਦਾ ਸੰਗ ਕੀਤਾ ਹੈ ਅੰਮ੍ਰਿਤਧਾਰੀ ਹੋ ਕੇ। ਇਸ ਪ੍ਰਕਾਰ ਕੋਈ ਵੀ ਭੁੱਲ ਹੋਈ ਹੈ ਨਾ ਜਾਂ ਕੋਈ ਮਾਸ ਸ਼ਰਾਬ ਦਾ ਸੇਵਨ ਕੀਤਾ ਹੈ ਤੇ 5 ਪਿਆਰਿਆਂ ਦੇ ਪੇਸ਼ ਹੋ ਕਰਕੇ ਕਲਗੀਧਰ ਕਹਿੰਦੇ ਆਪਣੀ ਭੁੱਲ ਬਖਸ਼ਾਵੋ। ਪ੍ਰਣ ਕਰੋ ਕਿ ਅੱਜ ਤੋਂ ਬਾਅਦ ਇਹ ਭੁੱਲ ਨਹੀਂ ਕਰਦੇ। ਫਿਰ ਤੁਹਾਡੇ ਜਿਹੜੇ ਲੇਖੇ ਹਨ ਇਹ 5 ਪਿਆਰੇ ਇਸ ਲੋਕ ਦੇ ਅੰਦਰ ਹੀ ਨਿਬੇੜ ਦਿੰਦੇ ਨੇ, ਨਹੀਂ ਤਾਂ ਫਿਰ ਪਰਲੋਕ ਦੇ ਵਿੱਚ ਜਾ ਕਰਕੇ ਸਾਰਾ ਲੇਖਾ ਦੇਣਾ ਪੈਂਦਾ। ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਲਾਏ ਪ੍ਰਗਟ ਪਾਏ ਨਿਧਾਨ ਸਭ ਜਬ ਪੁੱਛੇ ਧਰਮ ਰਾਏ। ਧਰਮ ਰਾਜਾ ਪੁੱਛਦਾ ਹੈ ਦੱਸਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਨੇ ਉੱਥੇ ਲੁਕੋਏ ਨਹੀਂ ਜਾਂਦੇ। ਇਸ ਪ੍ਰਕਾਰ ਮਹਾਰਾਜ ਇਸ ਰਾਜੇ ਤਾਈਂ ਉਪਦੇਸ਼ ਦਿੰਦੇ ਨੇ ਕਿ ਰਾਜਾ ਪਿਛਲੇ ਆਪਣ ਤੇਰੇ ਬਖਸ਼ ਲਾਏ ਨੇ ਅੱਗੇ ਤੋਂ ਤੂੰ ਪਾਪ ਕੋਈ ਵੀ ਕਮਾਈ ਨਾ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ ਇੱਥੇ ਹੀ ਵਿਸ਼ਰਾਮ ਲੈਂਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੁਰੂ ਦਾ ਇਤਿਹਾਸ ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਤਿਗੁਰੂ ਜੀ ਸਾਨੂੰ ਵੀ ਮਤ ਸਮਰਥ ਬਖਸ਼ਣ। ਲੋਕ ਅਲੋਕ ਸਾਡਾ ਸਫਲਾ ਹੋਵੇ। ਅਗਲਾ ਗੁਰੂ ਇਤਿਹਾਸ ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ ਸਮਾਪਤੀ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਸਹਿਜ ਸਿੱਧੀ ਮਨ ਵਜਿਆ ਆਗਰ ਤਨ ਪਰਵਾਰ ਪਈਆ ਸਤਿ ਕਾ ਬਣਾਇਆ। ਸਤਿਗੁਰ ਦਾ ਗਾਵ ਹਰੀ ਤੇਰਾ ਮਨ ਜਿਨੀ ਬਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਰ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕੱਲਾ ਸਮਰੱਥ ਸੁਆਮੀ ਸੋ ਕਿਆ ਮਨਾ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਕਰਤਾ ਤੇਰਾ ਸਭ ਕੁਛ ਹੈ ਜਿਸ ਤੇਰੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਤੇਰੇ
ਕਾਹੈ ਨਾਨਕ ਸਚੇ ਸਾਹਿਬ ਗਿਆਨ ਆਹੀ ਕਰਤੇ ਸਾਚਾ ਨਾਮ ਮੇਰਾ ਆਧਾਰੋ ਸਤਿਨਾਮ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਦਿਕਸ਼ਾ ਸਭ ਬਜਾਈਆ ਸਦਾ ਪ੍ਰਮਾਨ ਕੀਤਾ ਗੁਰੂ ਗੁਰੂ ਕਹਾ ਕਹਾ ਜਸ ਦੀਆਂ ਇਹ ਵਡਿਆਈਆਂ ਕਾਹੈ ਨਾਨਕ ਸੁਨਹੁ ਸੰਤਾਂ ਸੰਤਾਂ ਸਬਦ ਧਰਮ ਪਿਆਰੋ ਸਤਿ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕੀਤੇ ਕਾਲ ਤੱਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਕਹ ਸੁਖ ਹੋਆ ਵਾਤ ਕਰ ਅਨਹਦ ਬਾਜੇ ਆਨੰਦ ਸੁਨਹੁ ਵਡ ਭਾਗੀ ਹੋ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਪਾਇਆ ਉਪਰੇ ਸਗਲ ਵਿਸੂਰੇ ਰੂਪ ਰੋਗ ਸੰਤਾਪੇ ਉਪਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਸੇ ਪੂਰੇ ਪੂਰੇ ਹੋਤੇ ਜਾਣੀ ਸੁਨਤੇ ਪੁਨੀਤ ਤੇ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨ ਮਤ ਨਾਮ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਪੁਰ ਤਿਵ ਸਰਾਪ ਦੋਇ ਦਾਈ ਦਾਇਆ ਖੇਲੇ ਸਗਲ ਜਗ ਮੈਂ ਵਿਆਇਆ ਪੁਰਿਆਇਆ ਵਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।